ਬਾਈ ਜੀ ਹੈਲੋ ਬਾਈ ਜੀ, ਮੈਂ ਸੱਤੇ ਕੇ ਘਰੇ ਜਾਣਾ ਸੀ, ਕਿਹੜਾ ਰਾਹ ਜਾਊ ਭਲਾ? मरेगा, तू भी मरेगा, 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 तू भी मरेगा, मर गए सारे, मर गए, मरेगा, मरेगा, तू भी मरेगा, 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 तू भी मरेगा। हे दातिया नगर खेड़े सुख रखी। सत श्री अकाल संगते। सो किसान ते मजदूर भरावो, इस वध रही महंगाई के खिलाफ आपां सारिਆਂ ने एकजुट होकर लड़ना है ते आउंदे वीरवार नूं अपने जिले के अंदर एक वड्डा रोस मुजाहरा करना है। तुहाडा सारिਆਂ दा इत्थे पहुंचण ते बहुत बहुत धन्नवाद। सत श्री अकाल पंजाब सिंह जी। सत श्री अकाल जी, सत श्री अकाल। होर सुनाओ, ठीक ठाक रहने हो? चंगे हाँ, जेड़े तुरे फिरदे चन्न सिया। तुरे फिरदे कदे कदे यूनियन दी मीटिंग च गेड़ा मार लिया करो। की करा, एक लत्त खेत खुबी रहिंदी है, दूजी घर दी कबीलदारी च। कदे मंडी वल जाओ, कदे किसी रिश्तेदारी वल भजो, बस। हुणे जिम्मेवारियां वाला बोझ मुंडियां दे सिरां ते लद दिओ ते आप सुरखरू हो जाओ। मुंडे अजकल दे कित्थे आखे लगदे चानन सिया, काम करके राजी नहीं। जे बाला कहने आ तां ऊं डर लगदा है किते गुस्से च आके सौरे कोई गलत कदम ही ना चक लैण। बस हुण तां चुप्पी भली है। हुण चुप रह के नहीं सरना पंजाब सिंह जी। नौजवानां नूं उन्हां दीयां समाजिक जिम्मेवारियां प्रति चेतन करना ही पैना है। चंगा जी, सत श्री अकाल। चंगा जी।
ਮੈਨੂੰ ਇਹਨਾਂ ਦੋਨਾਂ ਦੇ ਲੱਛਣ ਠੀਕ ਨਹੀਂ ਲੱਗਦੇ ਭਗਵਾਨ ਨੇ। ਐ ਕਿੰਨਾ ਕੁ ਚਿਰ ਚੱਲੂ? ਮੈਨੂੰ ਕੀ ਆਖਦਾ ਲਾਲੀ ਦੇ ਬਾਪੂ, ਮੈਂ ਤਾਂ ਆਪ ਅੰਦਰੋਂ ਅੰਦਰੀ ਮੱਚੀ ਪਈ ਆ। ਆ ਵੱਡੇ ਦਾ ਤਾਂ ਰੋਜ਼ ਦੇ ਕੰਮ ਹੋ ਗਿਆ। ਸਾਰਾ ਦਿਨ ਉਹ ਚਿੜੀ ਵਾਲੇ ਸਿਆਣੇ ਕੋਲ ਬੈਠਾ ਰਹੂ, ਰਾਤ ਨੂੰ ਆਜੂ ਰੱਜ ਕੇ ਦਾਰੂ ਨਾਲ। ਹੋਰ ਪਤਾ ਨਹੀਂ ਕੀ ਖਾਂਦਾ ਹੋਊ ਇਹ। ਸੋਚਿਆ ਸੀ ਵਿਆਹ ਪਿੱਛੋਂ ਸੰਭਲ ਜੂਗਾ, ਪਰ ਮੈਨੂੰ ਕੀ ਪਤਾ ਸੀ ਵੀ। ਪਤਾ ਤਾਂ ਮੈਨੂੰ ਉਦੋਂ ਹੀ ਲੱਗ ਗਿਆ ਸੀ ਜਦੋਂ ਇਹ ਸਕੂਲੋਂ ਭੱਜ ਜਾਂਦਾ ਸੀ। ਉਦੋਂ ਹੀ ਕਿਹਾ ਸੀ ਤੈਨੂੰ ਬਈ ਧਿਆਨ ਰੱਖਿਆ ਕਰੇ ਦਾ, ਪਰ ਤੂੰ। ਮੈਨੂੰ ਘਰੇ ਬੈਠੀ ਬੈਠੀ ਨੂੰ ਕੀ ਪਤਾ ਵੀ ਇਹ ਸਕੂਲ ਜਾਂਦਾ ਸੀ ਕਿ ਕਿੱਥੇ ਜਾਂਦਾ ਸੀ। ਮੈਂ ਤੀਵੀਂ ਮਾਨੀ ਇਹਦੇ ਮਗਰ ਭਲਾ ਕਿੱਥੇ ਕਿੱਥੇ ਤੁਰੀ ਫਿਰਦੀ। ਫਿਰ ਘਰੇ ਛੋਟੇ ਨੂੰ ਤਾਂ ਪਾਲਣਾ ਸੀ। ਮੈਨੂੰ ਤਾਂ ਕਦੇ ਛੋਟੇ ਤੇ ਵੀ ਸ਼ੱਕ ਹੁੰਦਾ ਹੈ। 2-2 3-3 ਦਿਨ ਨਹੀਂ ਮੁੜਦਾ ਸ਼ਹਿਰੋਂ। ਉਹਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਇਹੋ ਜਿਹਾ ਕਿਹੜਾ ਕਾਲਜ ਆ ਜਿਹੜਾ ਦਿਨ ਰਾਤ ਲੱਗੇ ਹੀ ਰਹਿੰਦਾ ਹੈ। ਹੈਲੋ, ਹਾਂ ਰਾਜ, ਕੀ ਪੋਜੀਸ਼ਨ ਹੈ? ਨਵਕਿਰਨ ਦੀ ਕਵਿਤਾ ਸ਼ੁਰੂ ਹੋਣ ਵਾਲੀ ਆ, ਤੂੰ ਹਾਲ ਦੇ ਗੇਟ ਤੇ ਆ ਜਾ। ਓਕੇ, ਮੈਂ ਆ ਰਿਹਾ। ਨਾ ਕੁੱਖ ਵਿੱਚ ਧੀਆਂ ਮਾਰਾਂਗੇ, ਨਾ ਨਸ਼ਿਆਂ ਕੋਲੋਂ ਹਾਰਾਂਗੇ। ਹਰ ਇੱਕ ਨੂੰ ਆਪਣਾ ਹੱਕ ਮਿਲੇ, ਫੜ ਧੌਣੋਂ ਦੁਸ਼ਮਣ ਢਾਹਾਂਗੇ। ਇਹ ਦਿਨ ਚੜ੍ਹਦੇ ਦੀ ਲਾਲੀ ਏ, ਇਹ ਦਿਨ ਚੜ੍ਹਦੇ ਦੀ ਲਾਲੀ ਏ। ਪੰਛੀ ਬਣ ਉੱਡਦੇ ਜਾਵਾਂਗੇ, ਨੇਰੇ ਨੂੰ ਦੂਰ ਭਜਾਇਆ ਹੈ। ਚਾਨਣ ਦੀਆਂ ਬਾਤਾਂ ਪਾਵਾਂਗੇ, ਚਾਨਣ ਦੀਆਂ ਬਾਤਾਂ ਪਾਵਾਂਗੇ। ਧੰਨਵਾਦ। ਇਹ ਸੀ ਸਾਡੇ ਕਾਲਜ ਦੀ ਹੋਣਹਾਰ ਵਿਦਿਆਰਥਣ ਨਵਕਿਰਨ, ਜੋ ਇੱਕ ਕਵਿਤਰੀ ਵੀ ਹੈ। ਹੋ ਲੈ ਬਈ ਮਿੱਤਰਾ, ਇਹਨੇ ਤਾਂ ਪਾਤੀਆਂ ਆਪਣੀਆਂ ਬਾਤਾਂ। ਹੁਣ ਤੂੰ ਵੇਖਦੇ ਆ ਵੀ ਆਪਣੀ ਬਾਤ ਪਾਉਣਾ ਏ ਕਿ ਨਹੀਂ। ਓਏ ਹੀਰੋ, ਭਾਊ ਯਾਦ ਕਰਦਾ ਤੈਨੂੰ। ਵਾਹ ਐਮਐਲਏ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂ ਵੀ ਕੀ ਰਿਪੋਰਟ ਹੈ? ਪਾਉ ਜੀ, ਆ ਜਿਹੜਾ ਨਵਾਂ ਥਾਣੇਦਾਰ ਆਇਆ ਨਾ, ਇਹ ਰਾਤ ਆਪਣੇ 2 ਮੁੰਡਿਆਂ ਨੂੰ ਆਈਪੀ ਕਾਲਜ ਦੇ ਹੋਸਟਲ ਚੋਂ ਚੱਕ ਕੇ ਲੈ ਗਿਆ। ਕਹਿੰਦਾ ਕਾਲਜ ਦੇ ਮੁੰਡਿਆਂ ਨੂੰ ਨਸ਼ਾ ਸਪਲਾਈ ਕਰਦੇ ਆ। ਇਹ ਕੀ ਹੋ ਰਿਹਾ ਐਮਐਲਏ ਸਾਹਿਬ ਤੁਹਾਡੇ ਰਾਜ ਵਿੱਚ? ਇਹ ਥਾਣੇਦਾਰ ਨਵਾਂ ਆਇਆ, ਥੋੜਾ ਅੜਬ ਸੁਭਾਅ ਦਾ। ਕੋਈ ਨਾ, ਕਰ ਲਾਂਗੇ ਹਿਸਾਬ 'ਚ। ਮੈਂ ਕਰਦਾ ਐਸਐਸਪੀ ਨਾਲ ਗੱਲ। ਓਏ ਤੁਸੀਂ ਵੀ ਕੁਝ ਆਸਾ ਪਾਸਾ ਦੇਖ ਕੇ ਕੰਮ ਕਰ ਲਿਆ ਕਰੋ।
ਹੁਣ ਤਾਂ ਕੁਝ ਜ਼ਿਆਦਾ ਹੀ ਸ਼ਰਮ ਹੁੰਦਾ ਜਾ ਰਿਹਾ ਆਪਣਾ ਧੰਦਾ। ਧੰਦਾ ਅਸੀਂ ਤਾਂ ਸੇਵਾ ਕਰ ਰਹੇ ਹਾਂ ਤੁਹਾਡੀ। ਜੇ ਨੌਜਵਾਨ ਖੂਨ ਨੂੰ ਕਾਬੂ 'ਚ ਰੱਖਣਾ ਨਾ ਤਾਂ ਉਹਨਾਂ ਵਾਸਤੇ ਇੱਕ ਚੀਜ਼ ਹੋਣੀ ਬਹੁਤ ਲਾਜ਼ਮੀ ਹੈ, ਜਾਂ ਤਾਂ ਰੁਜ਼ਗਾਰ ਤੇ ਜਾਂ ਫਿਰ ਨਸ਼ਾ। ਬਈ ਰੁਜ਼ਗਾਰ ਜ਼ਰੂਰ ਹੈ ਨਹੀਂ ਤੁਹਾਡੀਆਂ ਪਾਲਿਸੀਆਂ ਦੇ ਵਿੱਚ ਕੋਈ ਜ਼ਿਆਦਾ। ਜੇ ਨਸ਼ਾ ਵੀ ਨਾ ਤੱਕ ਨਾ ਪੁੱਜਾ ਤਾਂ ਝੰਡੇ ਚੱਕ ਕੇ ਸੜਕਾਂ ਤੇ ਆ ਜਾਣਗੇ। ਰੋਕ ਲਓਗੇ ਫਿਰ? ਰੁਜ਼ਗਾਰ ਦਿਓ ਜਾਂ ਕੁਰਸੀ ਛੱਡੋ, ਰੁਜ਼ਗਾਰ ਦਿਓ ਜਾਂ ਕੁਰਸੀ ਛੱਡੋ, ਕੁਰਸੀ ਛੱਡੋ, ਕੁਰਸੀ ਛੱਡੋ, ਕੁਰਸੀ ਛੱਡੋ, ਕੁਰਸੀ ਛੱਡੋ। ਸਤਿ ਸ੍ਰੀ ਅਕਾਲ ਭਾਊ ਜੀ। ਸਤਿ ਸ਼੍ਰੀ ਅਕਾਲ। ਨਾ ਹੁਣ ਤੁਹਾਨੂੰ ਬੁਲਾਉਣ ਵਾਸਤੇ ਸਪੈਸ਼ਲ ਬੰਦਾ ਭੇਜਣਾ ਪਿਆ ਕਰੂ ਮਗਰ ਤੁਹਾਡੇ? ਉਹ ਨਹੀਂ ਭਾਊ ਜੀ, ਕਾਲਜ 'ਚ ਥੋੜਾ ਜਿਹਾ ਫੰਕਸ਼ਨ ਸੀ, ਉਹਦਾ ਕਰਕੇ ਲੇਟ ਹੋ ਗਏ। ਨਾ ਕਾਲਜ ਵਿੱਚ ਤੁਹਾਨੂੰ ਫੰਕਸ਼ਨ ਦੇਖਣ ਵਾਸਤੇ ਛੱਡਿਆ ਹੋਇਆ? ਪੂਰੇ 2 ਘੰਟੇ ਲੇਟ ਹੋ ਤੁਸੀਂ। ਨਾ ਹੁਣ ਦੇਖਦੇ ਕੀ ਹੋ? ਮਾਲ ਚੱਕੋ ਤੇ ਜਲਦੀ ਜਲਦੀ ਜਾਓ। ਠੀਕ ਹੈ ਭਾਊ ਜੀ। ਹਾਂ ਇਕਾਂਤ, ਤੇਰੀ ਮੰਮੀ ਨੂੰ ਮੈਂ ਦੱਸ ਆਊਂਗਾ ਵੀ ਇਕਾਂਤ ਨੇ ਅੱਜ ਘਰੇ ਨਹੀਂ ਆਉਣਾ। ਰਾਤ ਨੂੰ ਵਿਚਾਰੀ ਚਿੰਤਾ ਕਰੂਗੀ। ਕਾਂਤ, ਤੈਨੂੰ ਡਰ ਜਾ ਨਹੀਂ ਲੱਗਦਾ? ਕਿਸ ਤੋਂ? ਆ ਟੀਕਿਆਂ ਜਾਂ ਤੋਂ। ਓਏ ਡਰ ਲਾਉਂਦੇ ਨਹੀਂ, ਡਰ ਹਟਾਉਂਦੇ ਆ। ਪਤਾ ਹੈ, ਅੱਜ ਆਪਾਂ 70 ਕਿਲੋਮੀਟਰ ਜਾਣਾ ਹੈ, ਨਹਿਰੇ ਨਹਿਰ ਮਾਲ ਲੈ ਕੇ। ਰਾਤੋਂ ਰਾਤ ਇਹ ਸ਼ੀਸ਼ੀਆਂ ਮੈਡੀਕਲ ਤੇ ਪਹੁੰਚਾਉਣੀਆਂ ਨੇ। ਕੀ ਸੋਚਦਾ ਹੈ? ਅੱਜ ਰਾਤ ਫਿਰ ਘਰ ਨਹੀਂ ਜਾਇਆ ਜਾਣਾ। ਘਰਾਂ ਵੱਲ ਹੁਣ ਰਾਤ ਨਹੀਂ, ਕੋਈ ਸਵੇਰ ਹੀ ਲੈ ਕੇ ਮੁੜੇਗੀ ਆਪਾਂ ਨੂੰ। ਚੱਲ ਹੋ ਜਾ ਕੈਮ। ਓਏ ਆ ਜਾ ਹੁਣ, ਕਿ ਝਾਂਜਰਾਂ ਪਾਈਆਂ। ਉਹ ਜਦੋਂ ਝਾਂਜਰਾਂ ਵਾਲੀ ਹੈ ਨਹੀਂ ਤਾਂ ਝਾਂਜਰਾਂ ਕਿੱਥੋਂ ਆ ਗਈਆਂ ਸਰਦਾਰਾ? ਹੈ ਉਹ ਤੈਨੂੰ ਝਾਂਜਰਾਂ ਵਾਲੀ ਦੀ ਕੀ ਲੋੜ ਐ? ਤੂੰ ਤਾਂ ਜਿਹਦੀ ਮਰਜ਼ੀ ਚਾਹੇ ਝਾਂਜਰ ਛਣਕਾ ਦੇ। ਮਸਕਰੀਆਂ ਕਰਦਾ ਹੈ ਸਰਦਾਰਾ? ਆ ਲੈ ਤੇ ਹੋ ਜਾ ਕੈਮ। ਜਿਹੜਾ ਤੈਨੂੰ ਕੰਮ ਕਿਹਾ ਨਾ ਉਹ ਲਾ ਦੇ ਸਿਰੇ। ਮੈਂ ਕਿਹਾ ਚਿੰਤਾ ਕਿਉਂ ਕਰਦਾ ਹੈ ਸਰਦਾਰਾ? ਮੈਂ ਤਾਂ ਲਾ ਦੂੰ ਪਿੰਡ ਨੂੰ ਲੰਬ।
ਓਏ ਆ ਜਿਹੜੀ ਨਵੀਂ ਜੀ ਮੰਡੀਰ ਉੱਠੀ ਆ ਨਾ ਪਿੰਡ ਦੀ, ਇਹਨੂੰ ਕਰ ਕਾਬੂ। ਤੂੰ ਦੇ ਇਹਨਾਂ ਨੂੰ ਫੀਮ ਤੇ ਮੈਂ ਲਾਉਣਾ ਕੋਈ ਸਕੀਮ। ਫੇਰ ਦੇਖੀ ਕਿਵੇਂ ਸਾਰੇ ਪਿੰਡ ਦੀਆਂ ਜ਼ਮੀਨਾਂ ਕਾਬੂ 'ਚ ਕਰਦਾ ਮੈਂ। ਲਾਲੀ, ਤੂੰ ਆ ਗਿਆ ਪੁੱਤ। ਹੋਰ ਬੇਬੇ ਤੈਨੂੰ ਕੀ ਲੱਗਦਾ ਹਾਂ ਮੇਰਾ ਭੂਤ ਤੁਰਿਆ ਆਉਂਦਾ? ਓਏ ਐ ਕਿਉਂ ਬੋਲਦਾ ਹੈ ਪੁੱਤ? ਤੇਰੀ ਬੇਬੇ ਨੇ ਤਾਂ ਤੈਨੂੰ ਪਿਆਰ ਨਾਲ ਪੁੱਛਿਆ ਹੀ ਹੈ। ਇੱਕ ਤਾਂ ਤੂੰ ਆਇਆ 3 ਦਿਨਾਂ ਪਿੱਛੋਂ ਹੈ ਪੁੱਤ, ਧੋਕੜੀ ਬੈਠ ਕੇ ਸਾਡਾ ਹਾਲ ਚਾਲ ਤਾਂ ਪੁੱਛ ਲੈ ਬੁੜਿਆਂ ਦਾ। ਕਿਉਂ, ਕੀ ਹੋਇਆ ਤੁਹਾਨੂੰ? ਚੰਗੇ ਭਲੇ ਤਾਂ ਹੈਗੇ ਹੋ। ਓਏ ਜਿਹੜੇ ਚੰਗੇ ਭਲੇ ਤੈਨੂੰ ਅਸੀਂ ਬਾਹਰੋਂ ਦਿਸਦੇ ਆ ਨਾ, ਅੰਦਰੋਂ ਨਹੀਂ ਹੈਗੇ ਹੁਣ। ਓਏ ਡਰ ਲੱਗਦਾ ਜਦੋਂ ਤੂੰ 2-2 3-3 ਦਿਨ ਘਰੇ ਨਹੀਂ ਆਉਂਦਾ। ਲੱਗਦਾ ਡਰ, ਐ ਨਹੀਂ ਮਰਦਾ ਮੈਂ। ਵੇ ਕਿਉਂ ਭੈੜੀ ਜ਼ਬਾਨ ਬੋਲਦਾ ਹੈ? ਜਿਨ੍ਹਾਂ ਦੇ ਮਰਦੇ ਆ ਉਹਨਾਂ ਨੂੰ ਪੁੱਛ ਕੇ ਵੇਖ। ਬਸ ਕਰ ਕਿਉਂ ਮਨ ਦੁਖੀ ਕਰਦੀ ਹੈ? ਬਸ ਕਰ। ਉਹ ਐਂ ਕਿਉਂ ਬੈਠਾ ਬਈ, ਜਿਵੇਂ ਨਾਨੀ ਮਰੀ ਹੁੰਦੀ ਆ? ਓਏ ਹੋਰ ਜਦੋਂ ਤੱਕ ਸੱਤਾ ਬਾਈ ਨਹੀਂ ਨਾ ਹੁੰਦਾ ਉਦੋਂ ਤੱਕ ਨਾਨੀ ਮਰੀ ਸਮਝ। ਉਹ ਦਿਨੋਂ ਦਿਨ ਸੱਤੇ ਦਾ ਕਰਜ਼ਾਈ ਹੋਣਾ ਜਾਣਾ ਬਾਈ ਸਿਆ। ਕਿੱਥੋਂ ਮੋੜੇਗਾ ਇੰਨਾ ਕਰਜ਼ਾ? ਜ਼ਮੀਨ ਦੇ ਕੇ ਖੇੜਾ ਛਡਾਉਣਾ ਪਊ। ਉਹ ਨਾਲੇ ਸੱਤੇ ਨਾਲ ਥੋੜਾ ਹਿਸਾਬ ਨਾਲ ਹੀ ਰਿਹਾ ਕਰ। ਸੱਪ ਹੈ ਕੰਜਰ ਦਾ ਸੱਪ, ਜਿਹਨੂੰ ਡੰਗ ਲੈਂਦਾ ਨਾ ਮੁੜ ਕੇ ਪਾਣੀ ਨਹੀਂ ਮੰਗਣ ਦਿੰਦਾ। ਉਹ ਨਾਲੇ ਤੈਨੂੰ ਤਾਂ ਪਤਾ ਹੀ ਹੈ 25 ਪਿੰਡਾਂ 'ਚ ਫੀਮ ਵੇਚਦਾ ਏ। ਅੱਧਾ ਪਿੰਡ ਤਾਂ ਆਪਣਾ ਕਰਜ਼ਾਈ ਕਰੀ ਬੈਠਾ ਏ ਕਾਲਾ ਨਾਗ। ਸਤਿ ਸ੍ਰੀ ਅਕਾਲ ਬਾਈ। ਖਵਾ ਬਾਈ ਭੋਰਾ, ਹੱਡ ਮੁੱਕਲੇ ਕਰੀਏ। ਉਹੀ ਸਾਲੀ ਜਾਨ ਜੀ ਨਿਕਲ ਜਾਂਦੀ ਆ। ਹੈਲੋ, ਹਾਂ ਫੀਮ ਮਿਲ ਜੂਗੀ। ਗੱਲ ਇਹ ਆ ਪੁੱਤਰਾ ਵੀ ਪਹਿਲਾਂ ਵਾਲਾ ਵੀ ਹਿਸਾਬ ਕਿਤਾਬ ਜਿਹਾ ਰਹਿੰਦਾ ਹੈ ਆਪਣਾ। ਗਹਿਣੇ ਨਾ ਮੈਂ ਗਹਿਣੇ ਪਾ ਕੇ ਵਿਸਾਖੀ ਜਾਣਾ ਹੈ। ਮੈਨੂੰ ਤਾਂ ਪੈਸੇ ਚਾਹੀਦੇ ਐ, ਪੈਸੇ। ਉਹ ਕਾਕਾ ਜੀ, ਤੇਰੇ ਵਰਗੇ ਮੁੰਡੇ ਤਾਂ ਅੱਜ ਕੱਲ੍ਹ ਸਰਦਾਰੀਆਂ ਵਾਸਤੇ ਜ਼ਮੀਨਾਂ ਵੇਚ ਦਿੰਦੇ ਆ, ਜ਼ਮੀਨਾਂ। ਅਖੇ ਗਹਿਣੇ ਪਏ ਐ। ਓਏ ਕਿੱਲਾ 2 ਕਿੱਲੇ ਕਰਾ ਮੇਰੇ ਨਾਲ ਆਪਦੀ ਜ਼ਮੀਨ ਚੋਂ, ਫੇਰ ਸਾਰਾ ਸਾਲ ਜੋ ਮਰਜ਼ੀ ਖਾਈ ਜਾਈ ਹੈ। ਓਏ ਸਾਡਾ ਵੀ ਕਾਰੋਬਾਰ ਹੈ ਬਈ, ਸਾਡੀ ਵੀ ਰੋਜ਼ੀ ਰੋਟੀ ਦਾ ਖਿਆਲ ਕਰੋ। ਓਕੇ ਬਾਈ, ਪੈਸੇ ਤਾਂ ਮੈਂ ਵੀ ਦੇਣੇ ਸੀ ਤੈਨੂੰ, ਪਰ ਹੁਣ ਤਾਂ ਲੈ ਆਹ ਕੀ ਗੱਲ ਕਰਤੀ ਤੂੰ ਛੋਟੇ ਭਾਈ ਸਰਬਣ ਹੈ। ਓਏ ਆਪਾਂ ਪੈਸਿਆਂ ਨਾਲ ਥੋੜੋ ਵਰਤਣਾ ਹੈ। ਓਏ ਪੈਸਾ ਤਾਂ ਹੱਥ ਦੀ ਮੈਲ ਹੁੰਦੀ ਹੈ, ਮੈਲ। ਅੱਜ ਹੈ ਤੇ ਕੱਲ ਨਹੀਂ ਹੈ।
ਉਹ ਤਿੱਤਰਾ ਹਾਂ ਸਰਦਾਰਾ, ਉਹ ਖਵਾ ਵੀ ਮੁੰਡਿਆਂ ਨੂੰ ਭੋਰਾ ਕਰ ਕੈਮ ਹੁਣ ਵੀ ਲੈ ਸਰਦਾਰਾ। ਲਓ ਬਈ ਛਕੋ ਭੋਰਾ ਭੋਰਾ। ਆ ਲੈ ਬਈ, ਤੂੰ ਵੀ ਲੈ। ਨਾਲੇ ਜਿੰਨਾ ਚਿਰ ਲੋਕਾਂ ਕੋਲ ਜ਼ਮੀਨ ਹੈ ਉਹਨਾਂ ਚਿਰ ਸੱਤੇ ਵੈਲੀ ਦੀ ਡੱਬੀ 'ਚ ਫੀਮ ਹੈ। ਜੈ ਹੋ, ਜੈ ਹੋ, ਜੈ ਹੋ, ਜੈ ਹੋ ਬਾਬਾ ਜੀ, ਜੈ ਹੋ, ਜੈ ਹੋ ਬਾਬਾ ਜੀ, ਜੈ ਹੋ। ਕਿਵੇਂ ਚੱਲਦੀ ਐ ਭਗਤੀ ਬਾਬਾ ਜੀ? ਕਿਰਪਾ ਕਿਰਪਾ, ਅਪਰਮ ਅਪਾਰ ਕਿਰਪਾ। ਹੋਰ ਕੋਈ ਦੁੱਖ ਤਕਲੀਫ? ਚਾਨਣ ਸਿੰਘ ਨੂੰ ਬਾਬਿਆਂ ਦੀ ਦਿਵਯ ਦ੍ਰਿਸ਼ਟੀ ਤੇ ਸ਼ੱਕ ਹੈ। ਉਸ ਨੂੰ ਲੱਗਦਾ ਹੈ ਬਾਬੇ ਪਿੰਡ ਦੇ ਮੁੰਡਿਆਂ ਨੂੰ ਨਸ਼ਾ ਸਪਲਾਈ ਕਰਦੇ ਆ। ਕਦੇ ਸਾਡੇ ਨਾਲ ਹੋਣ ਦੇ ਸਾਹਮਣਾ, ਫੇਰ ਵੇਖਦੇ ਆਂ ਬਈ ਚਾਨਣ ਸਿੰਘ ਦਾ ਚਾਨਣ ਕਿੰਨਾ ਕੁ ਚਾਨਣ ਕਰਦਾ ਹੈ। ਸੋ ਪਿੰਡ ਦੇ ਬਹੁਤ ਹੀ ਸੂਝਵਾਨ ਸਾਥੀਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਮਵਾਰ ਨੂੰ ਨਸ਼ਾ ਵਿਰੋਧੀ ਦਿਵਸ ਆ ਭਾਈ। ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਕੋਡ ਦੇ ਖਿਲਾਫ ਖੜੇ ਹੋ ਜਾਈਏ ਤੇ ਨਸ਼ਿਆਂ ਦੇ ਖਿਲਾਫ ਪਿੰਡ ਵਿੱਚ ਜਾਗੋ ਕੱਢੀਏ। ਬਠਿੰਡੇ ਤੋਂ ਇੱਕ ਨਾਟਕ ਮੰਡਲੀ ਸੋਮਵਾਰ ਨੂੰ ਆਪਣੇ ਪਿੰਡ 'ਚ ਪਹੁੰਚੂਗੀ। ਉਹ ਨਸ਼ਿਆਂ ਦੇ ਖਿਲਾਫ ਨੁੱਕੜ ਨਾਟਕ ਵੀ ਖੇਡੂਗੀ ਤੇ ਰਾਤ ਨੂੰ ਜਾਗੋ ਵਿੱਚ ਵੀ ਸ਼ਾਮਲ ਹੋਊਗੀ। ਸੋ ਆਪਾਂ ਸਾਰਿਆਂ ਨੇ ਠੀਕ 8 ਵਜੇ ਸਾਰਿਆਂ ਨੇ ਰੋਟੀ ਪਾਣੀ ਛਕ ਕੇ ਇੱਥੇ ਇਕੱਠੇ ਹੋਣਾ ਹੈ ਤੇ ਜਾਗੋ ਤੇ ਮਸ਼ਾਲ ਮਾਰਚ ਵਿੱਚ ਸ਼ਾਮਲ ਹੋਣਾ ਹੈ। ਰੋਟੀ ਪਾਣੀ ਸਕਣਾ, ਹੋਰ ਕੁਛ ਨਹੀਂ ਪੀਣਾ। ਮੈਂ ਵੀ ਆਉਂਗਾ। ਹਾਂ ਹਾਂ ਹਾਂ, ਮੈਂ ਵੀ ਆਉਂਗਾ। ਹਾਂ ਹਾਂ ਹਾਂ। ਆ ਜਾ ਚਾਚੀ, ਆ ਜਾ, ਇੱਧਰ ਹੀ ਆ। ਸਰਗੀ, ਓ ਸਰਗੀ, ਆ ਚਾਚੀ ਆਈ ਆ। ਕਿਵੇਂ ਆ ਚਾਚੀ? ਠੀਕ ਆ ਸਭ ਕੁਝ? ਤੇਰੀ ਬਹੂ ਦਾ ਪੈਰ ਭਾਰੀ ਐ। ਓ ਬੱਲੇ ਚਾਚੀ, ਮੇਰੀ ਤਾਂ ਸੁਣ ਲਈ ਰੱਬ ਨੇ। ਬੇ ਕਾਦੀ ਸੁਣ ਲਈ? ਹਜੇ ਤਾਂ ਸੁਣਨੀ ਐ। ਕਿਉਂ ਚਾਚੀ? ਬੇ ਪਹਿਲਾ ਬੱਚਾ ਜੇ ਮੁੰਡਾ ਹੋਇਆ ਤਾਂ ਗੱਲ ਬਣ ਗਈ ਸਮਝ। ਜ਼ਮਾਨੇ ਦੀ ਹਵਾ ਬੜੀ ਖਰਾਬ ਐ। ਹਾਂ, ਤੂੰ ਕੁੜੀ ਤੋਂ ਕੀ ਕਰਾਉਣਾ ਹੈ? ਪਰ ਚਾਚੀ, ਆਪਣੇ ਹੱਥ ਵਸ ਤਾਂ ਕੁਝ ਨਹੀਂ ਨਾ। ਬੇ ਹੱਥ ਵਸ ਕਿਉਂ ਨਹੀਂ? ਹਾਂ, ਬਥੇਰੀਆਂ ਮਸ਼ੀਨਾਂ ਚੱਲ ਪਈਆਂ ਨੇ ਜਿਹੜੀਆਂ ਦੱਸਦੀਆਂ ਨੇ ਮੁੰਡਾ ਕਿ ਕੁੜੀ ਐ। ਨਾਲੇ ਮੈਂ ਤਾਂ ਪਿੰਡ ਦੇ ਅੱਧੇ ਪੱਥਰ ਰੋੜ ਤੇ। ਚਾਚੀ, ਤੂੰ ਹੀ ਦੱਸ ਮੈਨੂੰ, ਮੈਂ ਕੀ ਕਰਾਂ? ਤੇਰੀ ਬੇਬੇ ਬਾਪੂ ਕਿੱਥੇ ਐ? ਉਹ ਤਾਂ ਜੰਟੇ ਕੇ ਭੋਗ ਤੇ ਗਏ ਆ। ਫਿਰ ਤੂੰ ਐਂ ਕਰ, ਇੱਧਰ ਆ ਕੇ ਗੱਲ ਸੁਣ। ਮੈਂ ਜਾ ਕੇ ਤਿਆਰ ਹੁੰਨੀ ਐ, ਤੂੰ ਇਹਨੂੰ ਆਨੇ ਬਹਾਨੇ ਨਾਲ ਲਈ ਆਈ। ਸਰਗੀ,
ਉਹ ਸਰਗੀ, ਹਾਂਜੀ। ਆਪਾਂ ਸ਼ਹਿਰ ਜਾਣਾ। ਸ਼ਹਿਰ? ਸ਼ਹਿਰ ਕੀ ਕਰਨ ਜਾਣਾ ਹੈ? ਉਹ ਤੇਰਾ ਟੈਸਟ ਕਰਾਉਣਾ। ਮੇਰਾ ਟੈਸਟ? ਕਾਦੇ ਲਈ? ਚਾਚੀ ਕਹਿੰਦੀ ਬੱਚਾ ਠੀਕ ਨਹੀਂ, ਟੈਸਟ ਕਰਾ ਕੇ ਦਵਾਈ ਲੈਣੀ ਆ। ਬੱਚਾ ਠੀਕ ਨਹੀਂ? ਕੀ ਮਤਲਬ? ਇੱਕ ਤਾਂ ਸਾਲੀ ਆ ਸਵਾਲ ਜਵਾਬ ਕਰਨ ਦੀ ਆਦਤ ਨਹੀਂ ਜਾਂਦੀ। ਬੱਚਾ ਠੀਕ ਨਹੀਂ ਤਾਂ ਮਤਲਬ ਨਹੀਂ ਠੀਕ ਹੋਣਾ। ਤਿਆਰ ਰਹੀਂ ਤੂੰ, ਮੈਂ ਕਿਤੋਂ ਪੈਸਾ ਦਾ ਇੰਤਜ਼ਾਮ ਕਰਕੇ ਆਉਣਾ। ਵਾਹਿਗੁਰੂ। ਕਿਹੋ ਜਿਹੇ ਜ਼ਮਾਨੇ ਆ ਗਏ ਲਾਲੀ ਦੇ ਬਾਪੂ। ਕਦੇ ਸੋਚਿਆ ਨਹੀਂ ਸੀ ਵੀ ਕਦੇ ਐ ਵੀ ਹੋ। ਕਿੱਡਾ ਸੋਹਣਾ ਨੌਜਵਾਨ ਸੀ, ਭੰਗ ਦੇ ਭਾਣੇ ਤੁਰ ਗਿਆ। ਭਲਾ ਇਹ ਭਾਣਾ ਵਰਤਿਆ ਕਿੱਥੇ ਸੀ? ਪੋਲੇ ਵਾਲੇ ਮੋੜ ਤੇ ਦਾਰੂ ਦਾ ਰੱਜਿਆ ਹੋਇਆ ਸੀ ਕਹਿੰਦੇ। ਰਾਤ ਦੇ ਹਨੇਰੇ 'ਚ ਪਤਾ ਨਹੀਂ ਲੱਗਿਆ, ਮੋਟਰਸਾਈਕਲ ਸਿੱਧਾ ਨਹਿਰ ਕਣੀ ਕਰਤਾ। ਬਸ ਪੂਰੇ 3 ਦਿਨਾਂ ਪਿੱਛੋਂ ਮਿਲੀ ਸੀ ਲਾਸ਼ ਪਾਣੀ 'ਚ। ਉਹਦੀ ਮਾਂ ਜਲਕੁਰ ਕਿਵੇਂ ਪਿੱਟਦੀ ਸੀ, ਮੈਥੋਂ ਤਾਂ ਵੇਖੀ ਨਹੀਂ ਗਈ ਲਾਲੀ ਦੇ ਬਾਪੂ। ਮਾਂ ਪਿਓ ਦੇ ਕਾਲਜੇ ਦੀ ਪੀੜ ਨੂੰ ਜੇ ਸਮਝ ਲੈਣ ਤਾਂ ਨਸ਼ੇ ਕਿਉਂ ਕਰਨ? ਕੀ ਹੋਇਆ ਪੁੱਤ ਸਰਗੀ? ਉਹ ਕੀ ਹੋ ਗਿਆ ਭਾਈ? ਕੁਝ ਬੋਲ ਤਾਂ ਸਹੀ ਧੀਏ, ਕੀ ਗੱਲ ਹੋਈ ਹੈ? ਪੁੱਤ ਕੀ ਗੱਲ ਹੋ ਗਈ? ਉਹ ਕੁਛ ਨਹੀਂ ਹੋਇਆ ਇਹਨੂੰ, ਐ ਪਖੰਡ ਕਰਦੀ ਆ। ਓਏ ਤੂੰ ਕਿਹਾ ਹੋਣਾ ਇਹਨੂੰ ਕੁਛ? ਮੈਂ ਕੀ ਕਹਿਣਾ ਇਹਨੂੰ? ਓਏ ਫਿਰ ਐ ਰੋਈ ਕਾ ਤੋਂ ਜਾਂਦੀ ਐ? ਗੱਲ ਤਾਂ ਦੱਸਦੀ ਏ ਕੀ ਹੋਈ ਐ, ਬੋਲ ਤਾਂ ਸਹੀ ਕੁਛ। ਮੇਰੀ ਕੁੱਖ ਵਿੱਚ ਇੱਕ ਕਰੂੰਬਲ ਫੁੱਟੀ ਸੀ ਬੇਬੇ। ਤੇਰੇ ਪੁੱਤ ਨੇ ਧੋਖੇ ਨਾਲ ਡਾਕਟਰ ਦੇ ਲਿਜਾ ਕੇ। ਉਹ ਕੀ ਕਰਨਾ ਸੀ ਪੱਥਰ ਜੰਮ ਕੇ? ਓਏ ਆ ਕੀ ਕੀਤਾ ਓਏ ਪਾਪੀਆ? ਤੈਨੂੰ ਦੋਏ ਜਹਾਂ ਢੋਈ ਨਾ ਮਿਲੇ, ਕੰਜਰ ਕਿਸੇ ਥਾਂ ਦਾ। ਓ ਕੀ ਗੱਲ ਆ ਪੈਸਿਆਂ? ਅੱਜ ਤਾਂ ਚੱਕਰੀਆਂ ਘੁਮਾਈ ਜਾਣਾ। ਓ ਕਿਤੇ ਭਰਜਾਈ ਨੇ ਤਾਂ ਨਹੀਂ ਗਰਾਰੀ ਫਸ ਗਈ? दाम कार्ड बाघन ले आया, मात कहे मेरा पूत ब्याया। ओए ਐਵੇਂ ਤਾਂ ਨਹੀਂ ਨਾਥਾ ਨੇ ਕਿਹਾ। ਮੇਰਾ ਗੁਰੂ, ਉਸਨੇ ਵੀ ਘਰ-ਬਾਰ ਤਿਆਗਤਾ ਸੀ। ਰਾਤੋਂ ਰਾਤ ਆਪਣੀ ਘਰਵਾਲੀ ਨੂੰ ਛੱਡ ਕੇ ਪਿੰਡੋਂ ਬਾਹਰ ਚਲਾ ਗਿਆ। ਪਿੰਡੋਂ ਬਾਹਰ ਜਾ ਕੇ ਧੂਣਾ ਲਾ ਲਿਆ। ਘਰਵਾਲੀ ਉਡੀਕ ਕੇ ਪ੍ਰਾਣ ਤਿਆਗ ਗਈ, ਪਰ ਉਹ ਵਾਪਸ ਨਾ ਗਿਆ। ਬੜਾ ਸਿੱਧ ਪੁਰਸ਼ ਸੀ ਬਈ ਉਹ। ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਸਿਵੇ ਠਾ ਲੈਂਦਾ ਸੀ, ਮੁਰਦਾ ਲੋਕਾਂ ਨੂੰ ਜ਼ਿੰਦਾ ਕਰ ਦਿੰਦਾ ਸੀ ਉਹ।
ਜਦੋਂ ਪਿੰਡ ਵਿੱਚ ਕੋਈ ਜਨਾਨੀ ਮਰ ਜਾਂਦੀ, ਅਗਲੇ ਦਿਨ ਜਾਂਦਾ ਸੀ ਸੇਵਿਆਂ 'ਚ ਰਾਤ ਵੇਲੇ, ਤੇ ਜਦੋਂ ਉਹ ਤੀਵੀਂ ਜਿੰਦਾ ਹੋ ਜਾਂਦੀ, ਅੱਗ ਲਾ ਕੇ ਫੇਰ ਸਾੜ ਦਿੰਦਾ। ਐ ਉਸ ਨੂੰ ਸ਼ਾਂਤੀ ਮਿਲਦੀ ਸੀ। ਇੱਕ ਵਾਰ ਗਲਤੀ ਨਾਲ ਆਪਣੀ ਘਰਵਾਲੀ ਦਾ ਸੇਵਾ ਠਾ ਬੈਠਾ ਵੀ ਉਹ ਜਨਾਨੀ ਬਹੁਤ ਚੰਦਰੀ ਸੀ। ਬਸ ਫੇਰ ਕੀ ਸੀ, ਉਹਨੂੰ ਨਾਲ ਹੀ ਲੈ ਗਈ। ਤੁਹਾਨੂੰ ਇੱਕ ਗੱਲ ਦੱਸਾਂ, ਇਹ ਮੰਤਰ ਮੈਂ ਵੀ ਜਾਣਦਾ। ਜੇ ਕਦੇ ਲੋੜ ਹੋਈ ਤਾਂ ਦੱਸਿਓ। ਆ ਲੈ ਵੀ ਛੋਟਿਆ, ਪਹਿਲੇ ਤੋੜਦੀ ਆ 200 ਰੁਪਿਆ ਦੇ ਦੇ। ਓ ਬਈ ਚਾਚਾ, ਆ ਤੂੰ ਜਿਹੜਾ ਦਾਰੂ ਕੱਢਣ ਵਾਲਾ ਕੰਮ ਕਰਦਾ ਹੈ, ਤੈਨੂੰ ਕਦੇ ਪੁਲਿਸ ਨੇ ਨਹੀਂ ਫੜਿਆ? ਲੈ ਪੁਲਿਸ ਦੀ ਸੁਣ ਲਾ ਛੋਟਿਆ, ਆ ਜਿਹੜਾ ਥਾਣੇਦਾਰ ਨਵਾਂ ਆਇਆ, ਇਹਨੇ ਅਨੁਸਾਰ ਕਰਤੀ ਸਖਤੀ। ਅੱਛਾ, ਮੈਨੂੰ ਵੀ ਲੈ ਗਿਆ ਫੜ ਕੇ, ਨਾਲੇ ਮੇਰੀ ਦਾਰੂ ਲੈ ਗਿਆ। ਤੇ ਜਦੋਂ ਛੋਟਿਆ ਸ਼ਾਮ ਨੂੰ ਪਾਉਣ ਲੱਗੇ ਮੈਨੂੰ ਲੰਮਾ, ਤੇ ਮੈਂ ਤਾਂ ਡਿੱਗ ਪਿਆ ਪੈਰੀ ਜਨਾਬ ਦੇ। ਉਹ ਮੈਂ ਕਿਹਾ ਮੋਤੀਆਂ ਵਾਲੇ ਸਰਦਾਰੋ, ਮੈਨੂੰ ਮਾਰੋ ਨਾ, ਮੈਂ ਤਾਂ ਬੱਚੇ ਪਾਲਦਾ। ਅੱਗੋਂ ਥਾਣੇਦਾਰ ਮੈਨੂੰ ਕਹਿੰਦਾ, ਓਏ ਅਮਲੀਆ, ਓਏ ਤੈਥੋਂ ਕਿਸੇ ਦੇ ਸਿਰੀ ਸੁਰੀ ਨਹੀਂ ਰਲ ਹੁੰਦਾ। ਆ ਮੈਂ ਕਿਹਾ ਜਨਾਬ ਰਲਿਆ ਸੀ 2-3 ਸਰਦਾਰਾਂ ਦੇ, ਸਾਰੇ ਮੇਰੇ ਕੋਲੋਂ ਇਹੀ ਕੰਮ ਕਰਾਉਂਦੇ ਸੀ। ਠੀਕ ਆ, ਮੈਂ ਕਿਹਾ ਜਨਾਬ ਜੀ ਇਹੀ ਕੰਮ ਕਰਨਾ ਹੈ ਤੇ ਕਿਉਂ ਨਾ ਆਪਦਾ ਕਾਰੋਬਾਰ ਕੀਤਾ ਜਾਵੇ। ਉਹ ਥਾਣੇਦਾਰ ਮੇਰੀ ਗੱਲ ਸੁਣ ਕੇ ਹੱਸਣ ਲੱਗ ਪਿਆ। ਉਹ ਮੈਂ ਕਿਹਾ ਜਨਾਬ ਹੱਸੋ ਨਾ, ਇੱਕ ਪੈਗ ਲਾ ਕੇ ਦੇਖੋ ਮੇਰੇ ਵਾਲੀ ਦਾਰੂ ਚੋਂ, ਫੇਰ ਦੇਖਿਓ ਤੁਸੀਂ ਮੈਨੂੰ ਇਸੇ ਕੰਮ ਵਾਸਤੇ ਛੱਡ ਦਿਓਗੇ।
ਉਹੀ ਗੱਲ ਛੁੱਟਿਆ ਜਦੋਂ ਜਨਾਬ ਨੇ ਲਾਇਆ ਇੱਕ ਪੈਗ ਦਾਰੂ ਦਾ, ਉਹ ਤਾਂ ਤਰਾਰ ਚ ਆ ਗਿਆ। ਉਹ ਤਾਂ ਮੈਨੂੰ ਘਰੇ ਆਪ ਛੱਡ ਕੇ ਗਿਆ ਜੀਪ ਤੇ ਮੈਨੂੰ ਕਹਿੰਦਾ, ਓਏ ਅਮਲੀਆ ਦੱਬੀ ਚੱਲ ਘੁੱਗੀ ਦੱਬੀ ਚੱਲ, ਬਸ ਥਾਣੇ ਚੜਾ ਜਾ ਕਰ। ਪੰਜਾਬ ਸਿੰਘ ਜੀ, ਓ ਪੰਜਾਬ ਸਿੰਘ ਜੀ, ਪੰਜਾਬ ਸਿੰਘ ਜੀ, ਓ ਪੰਜਾਬ ਸਿੰਘ ਜੀ। ਆਜੋ ਚਾਚਾ ਜੀ, ਲੰਘ ਆਓ। ਤੇਰਾ ਬਾਪੂ ਪੁੱਤ? ਉਹ ਤਾਂ ਘਰ ਨਹੀਂ, ਤੁਸੀਂ ਬੈਠੋ, ਆ ਜਾਂਦੇ ਆ। ਨਹੀਂ, ਮੈਂ ਤਾਂ ਸੁਨੇਹਾ ਲਾਉਣ ਆਇਆ ਸੀ ਬਈ ਇਸ ਵਾਰ ਆਪਾਂ ਆਪਣੇ ਪਿੰਡ ਵਿੱਚ ਨਸ਼ਾ ਵਿਰੋਧੀ ਦਿਵਸ ਮਨਾ ਰਹੇ ਹਾਂ ਤੇ ਰਾਤ ਨੂੰ ਮਸ਼ਾਲ ਮਾਰਚ ਵੀ ਕੱਢ ਰਹੇ ਹਾਂ ਤੇ ਤੁਸੀਂ ਸਾਰਾ ਪਰਿਵਾਰ ਇਸ ਵਿੱਚ ਸ਼ਾਮਲ ਹੋਏ ਹੋ ਭਾਈ। ਤੁਸੀਂ ਪਿੰਡ ਦੀ ਭਲਾਈ ਲਈ ਜੋ ਵੀ ਕੰਮ ਕਰਦੇ ਹੋ ਉਸ ਦੀਆਂ ਖਬਰਾਂ ਮੈਨੂੰ ਮਿਲਦੀਆਂ ਰਹਿੰਦੀਆਂ ਨੇ ਚਾਚਾ ਜੀ। ਇਹ ਜੋ ਤੁਸੀਂ ਨਸ਼ਾ ਵਿਰੋਧੀ ਦਿਵਸ ਮਨਾ ਰਹੇ ਹੋ, ਇਸ ਦੀ ਆਪਣੇ ਸਮਾਜ ਨੂੰ ਬਹੁਤ ਲੋੜ ਹੈ। ਮੈਨੂੰ ਪਤਾ ਧੀਏ ਕਿ ਕਿਵੇਂ ਘਰਾਂ ਦੇ ਘਰ ਵਹਿ ਰਹੇ ਨੇ ਇਸ ਹੜ ਅੰਦਰ। ਮੈਂ ਤੁਹਾਡੇ ਘਰ ਦੀ ਹਾਲਤ ਵੀ ਸਮਝ ਸਕਦਾ। ਖੈਰ, ਤੂੰ ਕੋਸ਼ਿਸ਼ ਕਰੀਂ ਕਿ ਲਾਲੀ ਤੇ ਸਰਵਣ ਵੀ ਇਸ ਮਸ਼ਾਲ ਮਾਰਚ ਵਿੱਚ ਸ਼ਾਮਲ ਹੋਣ। ਉਹਨਾਂ ਦਾ ਤਾਂ ਮੈਨੂੰ ਪਤਾ ਨਹੀਂ ਚਾਚਾ ਜੀ, ਪਰ ਮੈਂ ਜ਼ਰੂਰ ਆਵਾਂਗੀ ਤੇ ਆਂਢ ਗੁਆਂਢ ਦੀਆਂ ਔਰਤਾਂ ਨੂੰ ਵੀ ਸ਼ਾਮਲ ਹੋਣ ਲਈ ਕਹਾਂਗੀ। ਸ਼ਾਬਾਸ਼, ਸ਼ਾਬਾਸ਼ ਮੇਰੀ ਧੀ। ਲਓ ਵੀ ਛੋਟਿਓ, ਮੇਰੇ ਜਵਾਨੀ ਪਹਿਲੇ ਦੀ ਗੱਲ ਆ। ਠੀਕ ਹੈ ਚਾਚਾ। ਆ ਜਿਹੜਾ ਮਸਲਿਆਂ ਤੇ ਲੱਗਦਾ ਹੁੰਦਾ ਸੀ ਮੇਲਾ, ਅੱਛਾ, ਉੱਥੇ ਪੈਂਦੀ ਸੀ ਛਿੰਝ। ਅੱਛਾ, ਇਹ ਛਿੰਝ ਕੀ ਹੁੰਦੀ ਆ ਚਾਚਾ? ਉਹ ਮਤਲਬ ਭਲਵਾਨਾਂ ਦੇ ਕੋਲ ਛੋਟਿਓ ਉਦੋਂ ਧੂਰੀ ਵਾਲੇ ਕੋਚੀ ਭਲਵਾਨ ਦੀ ਬੜੀ ਚੜਾਈ ਹੁੰਦੀ ਸੀ। ਅੱਛਾ, ਕੋਚੀ ਨੇ ਤਾਂ ਛੋਟਿਓ ਵੜਨ ਸਾਨ ਮੈਦਾਨ ਚ ਗੜਤੀ ਝੰਡੀ, ਉਹ ਵੀ 101 ਪਰਈਆਂ ਦੀ। ਡਰਦਾ ਕੋਈ ਝੰਡੀ ਵਾਲ ਨਾ ਝਾਕੇ। ਕੋਚ ਦਾ ਛੋਟਿਓ ਮੈਦਾਨ ਚ ਆਏ ਫਿਰੇ ਜਿਵੇਂ ਭੂਸਰਿਆ ਸਾਨ ਫਿਰਦਾ ਹੁੰਦਾ। ਮੈਂ ਵੀ ਬੈਠਾ ਸੀ ਇੱਕ ਪਾਸੇ ਟਰਲੇ ਵਾਲੀ ਪੱਗ ਬੰਨੀ। ਆ ਮੈਨੂੰ ਪਿੰਡ ਵਾਲੇ ਕਹਿੰਦੇ ਚੱਲ ਵੇ ਭਿੰਦੀ, ਚੱਲ ਵੇ ਭਿੰਦੀ। ਆ ਮੈਂ ਕਿਹਾ ਜਾਣ ਦਿਓ। ਆਖੇ ਨਹੀਂ, ਪਿੰਡ ਦੀ ਇੱਜ਼ਤ ਦਾ ਸਵਾਲ ਹੈ। ਛੋਟਿਓ ਫਿਰ ਮੈਂ ਤਾਂ ਅੱਗਾ ਵੇਖਿਆ ਨਾ ਪਿੱਛਾ, ਲਾ ਕੇ ਕੁੜਤਾ ਤੇ ਚਾਦਰਾ ਮਾਰਿਆ ਵਗਾ ਕੇ ਤੇ ਵੜ ਗਿਆ ਮੈਦਾਨ ਚ। ਤੇ ਜਦੋਂ ਵੇਖੇ ਕੋਚੀ ਨੇ ਮੇਰੇ ਡੋਲੇ ਫਰਕਦੇ, ਉਹਦੀਆਂ ਤਾਂ ਕੱਛਾਂ ਥਣੀ ਦੀ ਤਰੇਲੀਆਂ ਛੁੱਟ ਗਈਆਂ। ਛੋਟਿਓ ਫਿਰ ਮੈਂ ਤਾਂ ਕੋਚੀ ਨੂੰ ਧੌਣ ਤੇ ਲੰਗੋਰ ਤੋਂ ਫਰਕ ਕੇ ਜਦੋਂ ਮਾਰਿਆ ਧਰਤੀ ਤੇ 3 ਵਾਰੀ, ਉਹ ਤਾਂ ਭਾਵੇਂ ਰੌਲਾ ਛੋਟਿਓ ਅਗੇ ਹਾਏ ਨਹੀਂ ਬੀਬੀ ਹੁਣ ਨਹੀਂ ਘੁਲਦਾ, ਬਚਾਲੇ ਬੀਬੀ ਹੁਣ ਨਹੀਂ ਘੁਲਦਾ, ਬਚਾਲੇ ਬੀਬੀ। ਆ ਵੇਖ ਲੈ ਸਰਵਣ ਸਿਆ, ਬੰਦਾ ਭਲਵਾਨ ਬਣਨਾ ਚਾਹੁੰਦਾ ਸੀ, ਘਰ ਦੀ ਗਰੀਬੀ ਨੇ ਸੀਰੀ ਬਣਾਤਾ ਸੀਰੀ। ਹੁਣ ਝੂਠੀ ਭਲਵਾਨੀ ਦੀਆਂ ਝੂਠੀਆਂ ਗੱਲਾਂ ਸੁਣਾ ਕੇ ਸਵਾਦ ਲੈਂਦਾ ਰਹਿੰਦਾ। ਚੱਲ ਬਾਬਾ, ਕਿਸੇ ਦਾ ਕੀ ਲੈਂਦਾ, ਆਪਣਾ ਮਨ ਹਲਕਾ ਕਰਦਾ ਰਹਿੰਦਾ। ਚੰਗਾ ਬਾਬਾ, ਚੰਗਾ, ਚੱਲਦੇ ਆਂ।
ਚੱਲ ਓਏ ਪਿੰਦੀ ਚੱਲ ਜਲਦੀ ਜਾ ਬਾਬਿਆਂ ਓਏ ਚੰਗਾ ਮੁੰਡਿਆ ਮਿਲਦੇ ਆ ਕੱਲ ਨੂੰ ਚੰਗਾ ਚੰਗਾ ਓਕੇ ਗੁੱਡ ਨਾਈਟ ਗੁੱਡ ਨਾਈਟ ਆ ਬੇੜਾ ਅਬੇ ਭਾਈ ਬਚ ਗਏ ਚਲੋ ਚੰਗਾ ਬਾਬਾ ਨਮਸਕਾਰ ਬਾਬਾ ਜੀ ਪੈਰੀ ਪੈਨੇ ਚੱਲਦੇ ਆ ਜੀ ਓਕੇ ਜੀ ਆਇਆ ਸ਼ਰਾਬੇ ਹੋ ਕੇ ਆਪਣੇ ਪੀਤੀ ਹੋਈ ਵਾਹਿਗੁਰੂ ਨਾੜਾ ਕੀ ਕਰੀ ਜਾਂਦੇ ਅੰਦਰ ਤਨੇ ਪੀਤੀ ਹੋਈ ਜੱਟ ਨੇ ਪੀਤੀ ਹੋਈ ਆਂਦਰੀ ਤਰਦੀ ਨੀ ਜੱਟ ਨੇ ਪੀਤੀ ਉਹ ਥੋੜੀ ਉਹ ਹਟ ਪਰ ਤੂੰ ਸੰਭਾਲੇਂਗੀ ਮੈਨੂੰ ਅੱਡੀ ਸੰਭਾਲ ਮਾੜੀ ਬਣ ਮੈਨੂੰ ਸੰਭਾਲੂ ਇਹ ਅੜ ਮੈਂ ਜ਼ਰ ਵੀ ਨਾ ਜ਼ਰ ਸਬਦੀ ਮੈਂ ਪਾਣੀ ਨਹੀਂ ਪੁੱਛਦੇ ਨੇ ਮੈਂ ਤਾਂ ਸੋਚਿਆ ਸੀ ਅੱਜ ਰਾਤ ਫੇਰ ਬਾਹਰ ਹੀ ਕੱਟੋਗੇ ਸ਼ੁਕਰ ਆ ਇਹਦਾ ਨਹੀਂ ਸੋਚਿਆ ਬਈ ਬਾਹਰ ਹੀ ਮਰ ਜਾਊਂਗਾ ਕਦੇ ਤਾਂ ਸਿੱਧਾ ਬੋਲਿਆ ਕਰੋ ਇਹ ਸਿਖਾਓਗੇ ਮੈਨੂੰ ਸਿੱਧਾ ਬੋਲਣਾ ਹਰ ਗੱਲ ਦਾ ਮਤਲਬ ਪੁੱਠਾ ਹੀ ਕੱਢਦੇ ਹੋ ਪੁੱਠਾ ਕੱਢ ਦੇ ਮੈਂ ਤੁਹਾਡੀ ਦੁਸ਼ਮਣ ਤਾਂ ਨਹੀਂ ਬਾਲੀ ਪਕਾਈ ਨਾ ਮਰ ਦਰਵਾਜ਼ਾ ਬੰਦ ਕਰ ਮਦਰ ਝਾਕੀ ਜਾਂਦੀ ਹੈ ਦਰਵਾਜ਼ਾ ਬੜਾ ਮੈਨੂੰ ਸਿਖਾਓਗੇ ਬੋਲਣਾ ਏ ਧੱਕੇ ਜਾਂਦੀ ਆ ਅੱਡੀ ਟੁੱਟੇ ਇਹ ਤਾਂ ਬਾਈ ਮਾੜੀ ਗੱਲ ਹੋ ਗਈ ਮਾੜੀ ਨਹੀਂ ਤਾਂ ਹੋਰ ਕੀ ਹੈ ਤਾਂ ਪਿੰਡ ਦੀ ਬਦਨਾਮੀ ਹੋ ਗਈ ਪਤਾ ਨਹੀਂ ਕੰਜਰ ਦੇ ਤੇ ਤਾਂ ਕੀ ਸੁਝਿਆ ਹੈ ਆਹੋ ਵੀਰਾ ਰਾਤ ਲੈ ਕੇ ਨਿਕਲ ਗਿਆ ਚਲੋ ਚਲੋ ਕਿਵੇਂ ਤਮਾਸ਼ਾ ਬਣਾਇਆ ਚਲੋ ਆਪਣੇ ਆਪਣੇ ਕਰੀ ਚੱਲ ਚੱਲ ਬਾਈ ਜਾਣਿਆ ਬਾਈ ਬਾਬਾ ਜੀ ਪਿੰਡ 'ਚ ਉੜਦੀ ਖਬਰ ਸੁਣੀ ਆ ਪਿੰਦੀ ਦੇ ਘਰ ਵਾਲੀ ਰਾਤੋਂ ਰਾਤ ਤਿੱਤਰ ਨਾਲ ਤਿੱਤਰ ਹੋ ਗਈ ਤੇ ਪਿੰਦੀ ਸਰਵਨ ਭਾਈ ਉਹ ਪਿੰਦੀ ਉਹ ਚੁੱਪ ਕਰ ਪਿੰਦੀ ਉਹ ਗੱਲ ਕੀ ਹੋਈ ਸੀ ਕਿਤੇ ਭਰਜਾਈ ਨੂੰ ਮਾਰਿਆ ਮੁਰਿਆ ਤਾਂ ਨਹੀਂ ਸੀ ਮੈਂ ਕੀ ਮਾਰਨਾ ਸੀ ਉਹਨੂੰ ਮਾਰਿਆ ਤਾਂ ਗਰੀਬੀ ਨੇ ਸੀ ਉਸ ਨੂੰ ਭਾਈ ਗਰੀਬੀ ਨੇ ਸੀ ਜਾਂ ਫਿਰ ਆ ਭਾਈ ਜਿਹੜੀ ਹੱਡਾਂ ਚ ਰਚ ਗਈ ਹੈ ਕਾਲੀ ਨਾਗਣੀ ਇਹ ਸਾਰੇ ਕਰੇ ਕਰਾਉਂਦੀ ਹੈ ਭਾਈ ਇਹ ਸਾਰੇ ਕਰੇ ਕਰਾਉਂਦੀ ਹੈ ਸਰਪੰਚ ਭਾਈ ਚੁੱਪ ਇਹ ਪਿੰਦੀ ਸਾਰੇ ਕਰੇ ਕਰਾਉਂਦੀ ਹੈ ਚੁੱਪ ਕਰ ਉਹ ਤੇਰਾ ਮੁੰਡਾ ਛੱਡ ਗਈ ਉਹਨੂੰ ਉਹਦੀ ਤਾਈ ਕੋਲੇ ਭਾਈ ਛੱਡ ਗਈ ਉਹਨੂੰ ਉਹਦੀ ਤਾਈ ਉਹ ਕੋਲੇ ਪਿੰਦੀ ਹੌਸਲਾ ਰੱਖ ਯਾਰ ਪਿੰਦੀ ਮਨ ਨੂੰ ਕਰੜਾ ਕਰ ਉਹ ਪਿੰਦੀ
ਚੁੱਪ ਕਰ ਪਾਪੀਆ। ਓਏ ਆਹ ਕਾਹਦਾ ਮੁੰਡਿਓ, ਮੇਰੀ ਤਾਂ ਅੱਜ ਪਾਣੀ ਦੀ ਬਾਰੀ ਸੀ, ਮੈਨੂੰ ਤਾਂ ਇੱਥੇ ਐਵੇਂ ਫਸਾ ਕੇ ਰੱਖਤਾ। ਓਏ ਆਹ ਕੌਣ ਆ ਓਏ? ਮੈਨੂੰ ਤਾਂ ਪਿੰਦੀ ਲੱਗਦਾ। ਓਏ ਇਹਦੀ ਬੇਬੇ ਭੱਜ ਗਈ ਤਿੱਤਰ ਨਾਲ, ਵਿਚਾਰਾ ਬੈਠਾ ਰੋਂਦਾ ਹੋਣਾ। ਭੱਜਣਾ ਹੀ ਸੀ ਬਾਈ, ਉਮਰ ਕਿਹੜੀ ਸੀ ਵਿਚਾਰੀ ਦੀ? ਪਿੰਦੀ ਤਾਂ ਸਾਲਾ ਨਸ਼ੇ ਦਾ ਖਾਦਾ ਪਿਆ। ਆਹੋ, ਉੱਤੋਂ ਘਰੇ ਵੀ ਭੰਗ ਭੁੱਜਦੀ ਆ। ਚਲੋ ਚਲੋ ਜਾ ਕੇ ਦੇਖਦੇ ਆਂ। ਓਏ ਓਏ ਟਿੱਡੀ, ਰੋਸ਼ਨ ਨਾਮ ਆ ਮੇਰਾ। ਰਾਤ ਨੂੰ ਠੰਡ 'ਚ ਬੈਠਾ ਕੀ ਕਰਦਾ ਹੈ? ਪੜ੍ਹੀ ਜਾਨਾ। ਉਹ ਤੂੰ ਕੀ ਲੈਣਾ ਪੜ ਕੇ? ਕਿਉਂ ਮੈਂ ਪੜ੍ਹ ਨਹੀਂ ਸਕਦਾ? ਅੱਛਾ, ਤੂੰ ਪੜ ਕੇ ਡੀਸੀ ਲੱਗਣਾ ਓਏ? ਜੇ ਡੀਸੀ ਨਾ ਲੱਗਿਆ ਤਾਂ ਸੀਰੀ ਵੀ ਨਹੀਂ ਲੱਗਦਾ। ਓਏ ਓਏ ਕਿਹੜਾ ਓਏ? ਓਏ ਉਹ ਕਿਹੜਾ ਖੜ ਜਾ ਓਏ। ਉਹ ਕੌਣ ਹੈ ਭਾਈ? ਲਾਲੀ ਆ ਦੇਖ ਲੈ ਬਾਬਾ, ਤੇਰੇ ਮੁੰਡੇ ਦੀਆਂ ਪੱਤਰਕਾਰੀਆਂ। ਇਹ ਕੀ ਹੋ ਗਿਆ? ਕੀ ਕਰਤਾ ਇਹਨੇ? ਉਹ ਸੁਣ ਲਾ ਤਾਈ, ਤੇਰਾ ਮੁੰਡਾ ਜੁਗਤੀ ਸਨੈਰ ਦੀ ਦੁਕਾਨ ਦਾ ਜਿੰਦਾ ਭੰਨੀ ਜਾਂਦਾ ਸੀ। ਓਏ ਨਾ ਭਾਈ ਨਾ, ਮੇਰਾ ਮੁੰਡਾ ਨਹੀਂ ਐ ਕਰ ਸਕਦਾ। ਤੁਹਾਨੂੰ ਭੁਲੇਖਾ ਲੱਗ ਗਿਆ ਹੋਣਾ ਪੁੱਤ। ਭੁਲੇਖਾ? ਤੈਨੂੰ ਕੀ ਪਤਾ ਤਾਈ, ਕਾਲਜ ਵਿੱਚ ਕੀ ਰੰਗ ਲਾਉਂਦਾ ਇਹ? ਮੈਂ ਵੀ ਇਹਦੇ ਨਾਲ ਹੀ ਪੜਦਾ, ਸਾਰਾ ਦਿਨ ਰੱਜ ਕੇ ਸਮੈਕ ਨਾਲ ਤੁਰਿਆ ਫਿਰੂ ਮੰਡੀਰ ਨਾਲ। ਕਾਲਜ ਦੇ ਮੁੰਡਿਆਂ ਨੂੰ ਸ਼ੀਸ਼ੀਆਂ ਵੇਚਦਾ, 15 ਵਾਰੀ ਤਾਂ ਪੁਲਿਸ ਤੋਂ ਕੁੱਟ ਖਾਧੀ ਇਹਨੇ। ਨਾ ਜੇ ਅਸੀਂ ਹੁਣ ਪੁਲਿਸ ਨੂੰ ਬੁਲਾ ਲਈਏ ਤਾਂ ਤੁਹਾਡਾ ਕੀ ਰਹੂ? ਓਏ ਨਾ ਮੇਰੇ ਸ਼ੇਰੋ, ਐ ਨਾ ਕਰਿਓ। ਓਏ ਮੈਂ ਮਾਫੀ ਮੰਗਦਾ ਹਾਂ। ਚਲੋ ਚਲੀਏ, ਛੱਡੋ ਯਾਰ, ਸਵੇਰੇ ਕਰਾਂਗੇ ਗੱਲ। ਓਏ ਥੱਲੇ ਆ ਓਏ। ਓਏ ਕੰਜਰਾ ਜ਼ਹਿਰ ਦੇ ਕੇ ਮਾਰਦੇ ਸਾਨੂੰ। ਓ ਸੌਂ ਜਾ ਬਾਪੂ, ਐਡੀ ਵੀ ਕਿੱਡੀ ਗੱਲ ਹੋ ਗਈ, ਦੇਖ ਲਾਂਗੇ ਸਵੇਰੇ। ਵੱਡੇ ਬਣੇ ਫਿਰਦੇ ਹਾਂ। ਸ਼ੁਕਰ ਹੈ ਕਵਿਤਰੀ ਜੀ ਤੁਸੀਂ ਮਿਲੇ। ਸਾਰਾ ਕਾਲਜ ਛਾਣ ਮਾਰਿਆ ਤੇ ਮੈਡਮ ਇੱਥੇ ਬੈਠੇ ਨੇ। ਹੈਲੋ, ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਕੀ ਹੋਇਆ? ਕੋਈ ਨਵੀਂ ਕਵਿਤਾ ਸੁਝ ਰਹੀ ਹੈ? ਕਵਿਤਾ ਤਾਂ ਉਲਝੀ ਪਈ ਹੈ ਗੌਰੀ। ਕਾਦੇ 'ਚ? ਇੱਕ ਗੁੰਝਲ ਵਿੱਚ। ਤੇ ਗੁੰਝਲ ਕੀ ਹੈ? ਗੌਰੀ, ਕੋਈ ਸੀ ਜੋ ਮੇਰੇ ਰਸਤੇ ਵਿੱਚ ਫੁੱਲ ਰੱਖਦਾ ਹੁੰਦਾ ਸੀ। ਕਦੇ ਮੇਰੀ ਸਕੂਟੀ ਤੇ, ਕਦੇ ਬੈਂਚ ਤੇ ਕਦੇ। ਮੈਂ ਬਹੁਤ ਕੋਸ਼ਿਸ਼ ਕੀਤੀ ਉਸ ਨੂੰ ਲੱਭਣ ਦੀ, ਪਰ ਕੁਝ ਪਤਾ ਨਹੀਂ ਲੱਗਿਆ। ਫਿਰ ਹੁਣ? ਤੇ ਹੁਣ ਮੈਨੂੰ ਕਈ ਦਿਨਾਂ ਤੋਂ ਕੋਈ ਫੁੱਲ ਨਹੀਂ ਮਿਲਿਆ। ਤੇ ਤੈਨੂੰ ਇਸ ਨਾਲ ਕੀ ਫਰਕ ਪੈਂਦਾ? ਹੋਣਾ ਕੋਈ ਫਰਕ ਪੈਂਦਾ ਗੌਰੀ। ਅਸੀਂ ਕਵੀ ਲੋਕ ਹੁੰਨੇ ਆ, ਸਾਡੇ ਲਈ ਕੋਈ ਵੀ ਗੱਲ ਸਧਾਰਨ ਨਹੀਂ ਹੁੰਦੀ।
ਗੌਰੀ, ਮੈਂ ਉਸ ਨੂੰ ਮਿਲਣਾ ਚਾਹਣੀ ਆ ਜਿਸ ਨੇ ਮੈਨੂੰ ਖਾਮੋਸ਼ ਮੁਹੱਬਤ ਕੀਤੀ। ਫਿਰ ਮਿਲ ਜਾਏਗਾ। ਕਿਵੇਂ? ਤੂੰ ਜਾਣਦੀ ਆ ਉਸ ਨੂੰ? ਚੰਗੀ ਤਰ੍ਹਾਂ। ਤੇ ਫਿਰ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਕਦੀ? ਕਿਉਂਕਿ ਉਸਨੇ ਮੈਨੂੰ ਜਾਣ ਲੱਗਿਆ ਮਨਾ ਕੀਤਾ ਸੀ। ਮਨਾ? ਪਰ ਕਿਉਂ? ਕਿਉਂਕਿ ਉਹ ਇੱਕ ਦਲਦਲ 'ਚ ਧਸ ਚੁੱਕਾ ਸੀ। ਦਲਦਲ ਵਿੱਚ? ਹਾਂ, ਨਸ਼ਿਆਂ ਦੀ ਦਲਦਲ ਵਿੱਚ। ਤਾਂ ਫਿਰ ਤਾਂ ਮੈਨੂੰ ਦੱਸਣਾ ਹੋਰ ਵੀ ਜ਼ਰੂਰੀ ਸੀ ਗੌਰੀ। ਉਸ ਨੂੰ ਇਸ ਤਰ੍ਹਾਂ ਛੱਡ ਦੇਣਾ ਇਹ ਕੋਈ ਇਨਸਾਨੀਅਤ ਤਾਂ ਨਹੀਂ। ਪਰ ਮੈਂ ਕੀ ਕਰਦੀ? ਮੈਨੂੰ ਤੇਰੀ ਵੀ ਤਾਂ ਚਿੰਤਾ ਸੀ। ਤੂੰ ਉਸ ਨਸ਼ੇੜੀ ਨਾਲ ਕਿਵੇਂ ਐਡਜਸਟ ਕਰਦੀ? ਗੌਰੀ, ਤੂੰ ਬਸ ਕੁਝ ਵੀ ਕਰ ਪਲੀਜ਼ ਮੈਨੂੰ ਉਹਦੇ ਨਾਲ ਮਿਲਵਾ ਦੇ। ਜਸਟ ਵਾਂਸ ਮੈਨੂੰ ਇੱਕ ਵਾਰ ਉਸ ਨਾਲ ਮਿਲਵਾ ਦੇ, ਕਿਵੇਂ ਵੀ ਗੌਰੀ। ਰਿਲੈਕਸ ਪਲੀਜ਼। ਰਿਲੈਕਸ, ਮੈਂ ਕੋਸ਼ਿਸ਼ ਕਰਾਂਗੀ। ਤੇਰੀ ਮਾਤਾ ਸ਼੍ਰੀ ਦਾ ਫੋਨ ਆਈ ਜਾਂਦਾ। ਫੋਨ ਕਿਉਂ ਕੱਟ ਦਿੱਤਾ? ਅੱਜ ਮੇਰਾ ਜਨਮ ਦਿਨ ਹੈ। ਤਾਂ ਹੀ ਤੇਰੀ ਮਾਤਾ ਅੱਜ ਫੋਨ ਕਰੀ ਜਾਂਦੀ ਹੈ। ਉਹ ਮੇਰੀ ਮਾਂ ਨਹੀਂ, ਮੇਰੀ ਮਾਤਾ ਦੇਵੀ ਬਾਈ ਸੀ। ਉਹ ਜਿਹੜੀ ਤੁਹਾਡੀ ਨੌਕਰਾਨੀ, ਜਿਹਦੀ ਤੂੰ ਗੱਲ ਕਰਦਾ ਹੁੰਨਾ? ਹਾਂ। ਹੋ ਜਾ ਯਾਰ, ਆਪਣੀ ਅਸਲੀ ਮਾਂ ਨੂੰ ਛੱਡ ਕੇ ਤੂੰ ਉਸ ਨੌਕਰਾਨੀ ਨੂੰ ਮਾਂ ਕਹਿੰਦਾ ਫਿਰਦਾ। ਗੱਲ ਕੀ ਹੈ? ਜਨਮ ਦੇਣ ਵਾਲੀ ਮਾਂ ਨਾਲੋਂ ਪਾਲਣ ਵਾਲੀ ਮਾਂ ਵੱਡੀ ਹੁੰਦੀ ਆ ਲਾਲੀ। ਕੀ ਮਤਲਬ? ਮਿਸਿਸ ਸੋਢੀ ਨੇ ਮੈਨੂੰ ਜਨਮ ਦੇ ਕੇ ਦੇਵੀ ਬਾਈ ਨੂੰ ਸੌਂਪ ਦਿੱਤਾ। ਮੇਰੇ ਹਿੱਸੇ ਦੀ ਮਮਤਾ ਦਾ ਨਿੱਘ ਤਾਂ ਮਿਸਿਸ ਸੋਢੀ ਦੇ ਆਫਿਸ ਨੇ ਖੋਲਿਆ। ਫਿਰ ਦੇਵੀ ਬਾਈ ਨੇ ਆਪਣਾ ਦੁੱਧ ਪਿਲਾ ਕੇ ਮੈਨੂੰ ਵੱਡਾ ਕੀਤਾ। ਜਦ ਸੁਰਤ ਸੰਭਲੀ ਤਾਂ ਮੈਂ ਦੇਵੀ ਬਾਈ ਨੂੰ ਹੀ ਆਪਣੀ ਮਾਂ ਕਹਿਣ ਲੱਗਾ। 10 ਸਾਲਾਂ ਪਿੱਛੋਂ ਮੇਰਾ ਬਾਪ ਅਮਰੀਕਾ ਤੋਂ ਆਇਆ ਸੀ। ਘਰ ਦੀ ਨੌਕਰਾਣੀ ਨੂੰ ਮੇਰਾ ਮਾਂ ਕਹਿਣਾ ਉਸ ਨੂੰ ਚੰਗਾ ਨਾ ਲੱਗਾ, ਪਰ ਮੇਰੇ ਲਈ ਤਾਂ ਉਹ ਮਾਂ ਹੀ ਸੀ ਨਾ। ਸਾਨੂੰ ਦੋਨਾਂ ਨੂੰ ਅਲੱਗ ਕਰਨ ਲਈ ਉਸਨੇ ਮੈਨੂੰ ਦਿੱਲੀ ਦੇ ਇੱਕ ਸਕੂਲ ਵਿੱਚ ਪੜ੍ਹਨ ਭੇਜ ਦਿੱਤਾ ਤੇ ਆਪ
ਆਪ ਅਮਰੀਕਾ ਚਲਾ ਗਿਆ। ਹੋਸਟਲ ਦੀ ਇਕੱਲਤਾ ਵਿੱਚ ਸਭ ਤੋਂ ਪਹਿਲਾਂ ਮੇਰਾ ਸਹਾਰਾ ਇਹ ਸਿਗਰਟ ਬਣੀ। ਫਿਰ ਚੱਲ ਸੋ ਚੱਲ। ਮੈਂ 10 ਸਾਲਾਂ ਪਿੱਛੋਂ ਜਦ ਘਰ ਮੁੜਿਆ ਤਾਂ ਛਾਤੀ ਨਾਲ ਲਾ ਕੇ ਨਿੱਘ ਦੇਣ ਵਾਲੀ ਦੇਵੀ ਮਾਂ ਛਾਤੀ ਦੇ ਕੈਂਸਰ ਨਾਲ ਛੱਲ ਬਸੀ ਸੀ ਲਾਲੀ। ਛੱਲ ਬਸੀ ਸੀ। ਅੱਜ ਦੇ ਦਿਨ ਮੈਂ ਉਸ ਨੂੰ ਬਹੁਤ ਯਾਦ ਕਰਦਾ ਲਾਲੀ, ਬਹੁਤ ਯਾਦ ਕਰਦਾ ਲਾਲੀ, ਬਹੁਤ ਯਾਦ ਕਰਦਾ ਲਾਲੀ। ਪਤਾ ਹੈ ਲਾਲੀ, ਜਦ ਫੋਨ ਵਿੱਚ ਮੈਂ ਆਪਣੀ ਮਾਂ ਦੀ ਆਵਾਜ਼ ਸੁਣਦਾ ਨਾ ਤਾਂ ਉਸ ਦੀ ਆਵਾਜ਼ ਦੇ ਪਿੱਛੇ ਮੇਰੇ ਬਾਪ ਦੀ ਜਗ੍ਹਾ ਤੇ ਭਾਉ ਦੀ ਦਬੀ ਜਿਹੀ ਆਵਾਜ਼ ਆ ਰਹੀ ਹੁੰਦੀ ਹੈ ਤੇ ਉਹ ਮੇਰੀ ਮਾਂ ਨੂੰ ਕਹਿ ਰਿਹਾ ਹੁੰਦਾ ਕਿ ਪੁੱਛ ਅੱਜ ਰਾਤ ਇੱਕ ਹੱਥ ਘਰ ਆਵੇਗਾ ਜਾਂ ਨਹੀਂ। ਅੱਜ ਘਰ ਆਵੇਗਾ ਜਾਂ ਨਹੀਂ। हेलो हेलो लाली, मैं गौरी बोलदी हाँ। गौरी कौन? लाली मैं गौरी, तेरी क्लासमेट। ओ हाँ हाँ गौरी, ओ सॉरी गौरी, मैं लाली तू कित्थे है? मैं इत्थे हाँ। मैं लाली मैं तेनू मिलना चाहनी हाँ हुणे ऐसे वेले। मैं ओ ओ ओ ओ सॉरी गौरी, मैं प्लीज मैं कॉलेज नहीं आ सकता प्लीज। मैं पर लाली तू ठीक ता है? हाँ हाँ मैं ठीक हाँ गौरी, पर कुछ नहीं। तू मैनू हुणे लाइब्रेरी दे पिछे आके मिल, मैनू बहुत जरूरी काम है। मैं तेरी वेट कर रही हाँ। मैं लाली तू आ रहा है ना? प्लीज लाली। पर मैं आ रहा। मैं ਲਾਲੀ ਕੀ ਗੱਲ ਅੱਜ ਫੁੱਲ ਨਹੀਂ ਦੇਣਾ ਮੈਨੂੰ? ਅੱਜ ਤਾਂ ਮੈਂ ਆਪ ਮੰਗ ਰਹੀ ਹਾਂ।
मैं बहुत दूर निकल चुका किरण। ते मैं बहुत नजदीक आ चुकी हाँ लाली। कविता ते जिंदगी विच बहुत फर्क हुंदा किरण। कविता भी तां जिंदगी विचों ही जन्म लैंदी है लाली। मैनू गौरी ने सब कुछ दस दिता है ते मैं तैनू इस रस्ते तो वापस मोड़ना चाहनी हाँ। ये बहुत मुश्किल है किरण। पर असंभवता नहीं। नशा एक बीमारी है ते इसका इलाज भी तो है। मेरे पापा दा बहुत वड्डा हॉस्पिटल है ते वो हर वड्डी तो वड्डी बीमारी दे इलाज लई कोशिश करते रहंदे ने। तो एक बार आ तां सही। बाकी मैं हाँ ना। लाली सिर्फ एक बारी मेरी गल मन के वेख प्लीज। अपनी जिंदगी नूं एक होर मौका दे के वेख प्लीज। कई बार सानू खुद नूं ही नहीं पता लगता कि असीं किधर नूं तुरे जा रहे हैं। लाली प्लीज प्लीज मेरी गल मान लाली। लाली प्लीज प्लीज लाली। मैं तेरी उड़ीक करांगी। उड़ीक करांगी।
मर गया मैं क्या सुना मरेगा मर गया मैं भी मर गया ओए मारता ओए गंदी लाद ने ਕੀ ਹੋਇਆ ਕੀ ਹੋਇਆ ਲਾਲੀ ਦੇ ਬਾਪੂ ਬਾਪੂ ਜੀ ਕੀ ਹੋਇਆ ओए की दसा मैं कंजरा ने सारी जमीन सत्ते कोल गहने धरती ਕਿੱਥੇ ਚੱਲੀਆਂ ਇਸ ਵੇਲੇ ਤਿਆਰ ਹੋ ਕੇ ਜਿੱਥੇ ਮੈਨੂੰ ਹੁਣ ਤੱਕ ਚਲੇ ਜਾਣਾ ਚਾਹੀਦਾ ਸੀ। ਅੱਛਾ ਕਿੱਥੇ ਚਲੇ ਜਾਣਾ ਚਾਹੀਦਾ ਸੀ ਕਾਫਲੇ ਵਿੱਚ। ਅੱਛਾ ਤਾਂ ਤੂੰ ਹੁਣ ਚਾਨਣ ਸਿੰਘ ਦੇ ਕਾਫਲੇ ਚੱਲੀ ਆ ਹਾਂ ਮਸ਼ਾਲ ਮਾਰਚ ਵਿੱਚ। ਜਦੋਂ ਮੈਂ ਨਹੀਂ ਜਾ ਰਿਹਾ ਤੂੰ ਕਿਵੇਂ ਜਾ ਸਕਦੀ ਆ ਹੁਣ ਮੈਂ ਆਪਣੀ ਮਰਜ਼ੀ ਦੀ ਮਾਲਕ ਆਪ ਹਾਂ। ਬਹੁਤ ਚਿਰ ਮੈਂ ਤੇਰੇ ਪਿੱਛੇ ਤੁਰ ਕੇ ਵੇਖ ਲਿਆ। ਹੁਣ ਮੈਂ ਆਪਣੇ ਰਾਹ ਆਪ ਬਣਾਵਾਂਗੀ। ਤੈਨੂੰ ਮੈਂ ਤੋਰਦਾ ਚੰਨਣ ਦੇ ਕਾਫਲੇ ਚੋਂ। ਬਸ ਸਤਿ ਸ੍ਰੀ ਅਕਾਲ ਵੱਡੇ ਭਾਈ। ਆਪਣੇ ਬੱਬਰ ਸ਼ੇਰ ਨੀ ਦੀਂਦੇ ਕਿ ਪਿੰਜਰੇ 'ਚ ਤਾੜੇ ਹੋਏ ਨੇ? ਕਿੱਥੇ ਐ ਸਰਬਣ ਤੇ ਲਾਲੀ? ਮੇਰੇ ਹੱਥੋਂ ਤਾਂ ਕਦੋਂ ਦੇ ਨਿਕਲਿਆ ਸੱਤਿਆ, ਮੈਨੂੰ ਕੀ ਪਤਾ ਹੈ ਕਿੱਥੇ ਨੇ। ਦੇਖ ਵੱਡੇ ਭਾਈ, ਮੈਨੂੰ ਤਾਂ ਕੋਈ ਕਾਹਲੀ ਨਹੀਂ ਸੀ। ਉਹ ਜੇ ਮੈਨੂੰ ਲੱਗਦਾ ਬਈ ਤੇਰੇ ਮੁੰਡੇ ਪੈਸੇ ਮੋੜ ਦੇਣਗੇ ਤਾਂ ਮੈਂ ਆਪ ਹੀ ਨਹੀਂ ਸੀ ਆਉਂਦਾ। ਉਹ ਸਾਰੀ ਦੀ ਸਾਰੀ ਜ਼ਮੀਨ ਤਾਂ ਗਹਿਣੇ ਕਰਤੀ ਸੀ ਤੇਰੇ ਮੁੰਡਿਆਂ ਨੇ ਮੇਰੇ ਕੋਲ। ਇਹ ਤਾਂ ਇੱਕ ਦਿਨ ਹੋਣਾ ਹੀ ਐ, ਭਾਵੇਂ ਅੱਜ ਕਰਾ ਲਓ ਤੇ ਭਾਵੇਂ ਕੱਲ। ਆਖਰ ਨੂੰ ਤਾਂ ਬੋਤੀ ਨੇ ਮੋੜ ਥੱਲੇ ਹੀ ਆਉਣਾ ਬਈ ਪੈਸੇ ਮੋੜਨ ਵਾਲੀਆਂ ਹਾਲਤਾਂ 'ਚ ਹੈ ਨਹੀਂ ਮੁੰਡੇ ਤੇਰੇ। ਤਾਂ ਫਿਰ ਕਰਾ ਦਿਓ ਜ਼ਮੀਨ ਦੀ ਰਜਿਸਟਰੀ ਮੇਰੇ ਨਾਂ। ਓਏ ਜਾ ਓਏ ਸੱਤਿਆ, ਜਾ ਕਰਾ ਲੈ ਆਪਣੇ ਨਾਂ ਜ਼ਮੀਨ। ਓਏ ਮੇਰੇ ਕੋਲੇ ਰਹਿ ਹੀ ਕੀ ਗਿਆ।
ਸਾਰਾ ਕੁਝ ਤਾਂ ਉੱਜੜ ਪੁੱਛੜ ਗਿਆ ਮੇਰਾ ਓਏ। ਚੰਗਾ ਹੋਊ ਵੱਡੇ ਭਾਈ, ਘਰ ਦੀ ਗੱਲ ਘਰੇ ਨਿਬੜ ਗਈ। ਮੈਂ ਨਹੀਂ ਸੀ ਚਾਹੁੰਦਾ ਵੀ ਮਾਮਲਾ ਥਾਣੇ ਕਚਹਿਰੀਆਂ ਤੱਕ ਪਹੁੰਚੇ। ਓਏ ਅੱਜ ਤਾਂ ਦਿਨ ਵੀ ਚੰਗਾ ਹੈ, ਸੋਮਵਾਰ ਦਾ। ਮੈਂ ਹੁਣੇ ਗਿਆ ਤੇ ਜੱਗੇ ਪਟਵਾਰੀ ਨੂੰ ਲੈ ਕੇ ਆਇਆ। ਸ਼ੇਰਾਂ ਨੂੰ ਕਹੀਂ ਬਈ ਘਰੇ ਹੀ ਰਹਿਣ, ਬਾਕੀ ਕਚਹਿਰੀ ਵਾਲਾ ਕੰਮ ਤਾਂ ਜੱਗਾ ਆਪੇ ਹੀ ਸਾਂਭ ਲੂ ਕੱਲ ਨੂੰ। ਸੁਣਦੀ ਆ ਕਰਤਾਰ ਕੁਰੇ, ਧੀਆਂ ਪੁੱਤਾਂ ਵਾਂਗੂ ਇੱਕ ਨਾਲ ਲਾ ਕੇ ਰੱਖੀ ਜ਼ਮੀਨ ਅੱਜ ਬਗਾਨਿਆਂ ਵਾਂਗੂ ਛੱਡ ਕੇ ਜਾ ਰਹੀ ਹੈ ਸਾਨੂੰ। ਜਿਨ੍ਹਾਂ ਖੇਤਾਂ 'ਚ ਤੂੰ ਕਦੇ ਸਰਦਾਰਨੀ ਬਣ ਕੇ ਫਿਰਦੀ ਹੁੰਦੀ ਸੀ, ਅੱਜ ਉਹਨੂੰ ਚੋਰ ਪੈ ਗਏ। ਓਏ ਤੇਰੀ ਕੁੱਖੋਂ ਜਾਇਆ ਨੇ ਤੇਰੀ ਕੁੱਖ ਦੀ ਲਾਜ ਨਹੀਂ ਰੱਖੀ। ਓਏ ਇਹਨਾਂ ਦੋਨਾਂ ਦੇ ਬਦਲੇ ਇੱਕ ਧੀ ਉਹ ਜੰਮ ਦਿੰਦੀ। ਓਏ ਬੁਢੇਪੇ 'ਚ ਸਹਾਰਾ ਤਾਂ ਬਣ ਜਾਂਦੀ, ਆਪਣਾ ਸਹਾਰਾ ਤਾਂ ਬਣ ਜਾਂਦੀ। ਓਏ ਇਸ ਕਲਯੁਗ ਨੇ ਤਾਂ ਸਾਥੋਂ ਸਾਡੀ ਪੋਤੀ ਵੀ ਖੋ ਲਈ, ਪੋਤੀ ਵੀ ਖੋ ਲਈ ਸਾਥੋਂ। ਜਾਊ ਕਾਫਲੇ 'ਚ ਚੰਨਣ ਸਿੰਘ ਦਾ ਕਾਫਲਾ, ਇਹ ਲਿਆਉਣਗੇ ਚਾਨਣ। ਬਾਈ 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 ਪੰਗਾ ਪੈ ਗਿਆ ਬਾਈ। ਕੀ ਹੋ ਗਿਆ ਲਾਲੀ? ਸੱਤਾ ਬੈਲੀ ਆਇਆ ਸੀ, ਕਹਿੰਦਾ ਜ਼ਮੀਨ ਲਵਾਓ ਮੇਰੇ ਨਾਲ, ਨਹੀਂ ਤਾਂ ਮੈਂ ਥਾਣੇ ਕਚਹਿਰੀਆਂ 'ਚ ਜਾਊਂ। ਫਿਰ ਕੀ ਬਾਈ, ਉਹ ਤਾਂ ਪਟਵਾਰੀ ਨੂੰ ਲੈਣ ਗਿਆ। ਹੁਣੇ? ਹਾਂ ਬਾਈ ਹੁਣੇ। ਪਰ ਹਾਲੇ ਤਾਂ ਉਹਦੇ ਅਖਲਾਰ ਵਿੱਚ ਮਹੀਨਾ ਪਿਆ ਸੀ। ਪਤਾ ਨਹੀਂ ਬਾਈ, ਉਹ ਤਾਂ ਧਮਕੀ ਦੇ ਕੇ ਗਿਆ। ਧੋਖਾ ਕੀਤਾ ਸਾਲੇ ਨੇ ਸਾਡੇ ਨਾਲ, ਧੋਖਾ। ਲਾਲੀ, ਜੇ ਜ਼ਮੀਨ ਚਲੇਗੀ ਤਾਂ ਆਪਾਂ ਮਾਰੇ ਜਾਵਾਂਗੇ। ਤੂੰ ਕਿਤੋਂ ਪੈਸੇ ਦਾ ਹੱਲ ਕਰ ਲਾਲੀ। ਮੈਂ ਕਿੱਥੋਂ ਕਰਾਂ ਬਾਈ? ਲਾਲੀ, ਆਪਾਂ ਮਾਰੇ ਜਾਵਾਂਗੇ। ਮੈਂ ਕਰਦਾ ਬਾਈ ਇੰਤਜ਼ਾਮ। ਮੈਂ ਕਰਦਾ ਇੰਤਜ਼ਾਮ। ਮਾਰੇ ਜਾਵਾਂਗੇ ਲਾਲੀ। ਹੈਲੋ ਭਾਊ, ਮੈਂ ਲਾਲੀ ਬੋਲਦਾ ਭਾਊ। ਭਾਊ ਇੱਕ ਟੈਨਸ਼ਨ ਖੜੀ ਹੋ ਗਈ ਭਾਊ। ਕੀ ਹੋ ਗਿਆ? ਭਾਊ, ਸਾਡੀ ਜ਼ਮੀਨ ਪਈ ਸੀ ਸੱਤੇ ਬੈਲੀ ਕੋਲ ਗਏ ਨੇ। ਉਹ ਕਹਿੰਦਾ ਜਾਂ ਤਾਂ ਪੈਸੇ ਦਿਓ ਜਾਂ ਜ਼ਮੀਨ ਨਾਲ ਲਵਾਓ ਅੱਜ ਹੀ। ਫਿਰ ਮੈਂ ਕੀ ਕਰਾਂ? ਭਾਊ ਤੂੰ ਮੈਨੂੰ ਕੁਝ ਪੈਸੇ ਭੇਜ ਦੇ ਭਾਊ, ਮੇਰੀ ਜ਼ਮੀਨ ਬਚ ਸਕਦੀ ਆ। ਦੇਖ ਵੀ ਲਾਲੀ, ਤੂੰ ਪਹਿਲਾਂ ਹੀ 50,000 ਰੁਪਏ ਦੀ ਸਮੈਕ ਲੈ ਕੇ ਪੀ ਚੁੱਕਾ ਮੇਰੇ ਕੋਲ।
ਹੁਣ ਤੈਨੂੰ ਦੇਣ ਵਾਸਤੇ ਮੇਰੇ ਕੋਲੇ ਪੰਜੀ ਨਹੀਂ ਹੈਗੀ। ਪਾਉ ਹਾਏ ਨਾ ਕਰ ਪਾਉ, ਮੈਂ ਕੰਮ ਕਰਕੇ ਤੇਰੇ ਸਾਰੇ ਪੈਸੇ ਮੋੜ ਦੂੰਗਾ ਪਾਉ। ਕੰਮ? ਓਏ ਕੰਮ ਦਾ ਤੂੰ ਰਿਹਾ ਹੀ ਨਹੀਂ, ਨਾਲੇ ਵੈਸੇ ਵੀ ਤੂੰ ਪੁਲਿਸ ਦੀ ਨਿਗਾਹ ਚੜ ਚੁੱਕਿਆ। ਮੈਨੂੰ ਫੋਨ ਨਾ ਕਰਿਆ ਕਰ, ਮੈਂ ਤੈਨੂੰ ਨਹੀਂ ਜਾਣਦਾ ਤੇ ਤੂੰ ਮੈਨੂੰ ਨਹੀਂ ਜਾਣਦਾ। ਇਸ ਤੋਂ ਬਾਅਦ ਨਾ ਪਾਉ ਮੈਨੂੰ ਪੈਸੇ ਭੇਜ ਦੇ ਪਾਉ, ਮੈਂ ਤੇਰੇ ਪਿੱਛੇ ਆਪਣੀ ਪੜ੍ਹਾਈ ਛੱਡ ਦਿੱਤੀ ਪਾਉ। ਮੈਂ ਆਪਣੀ ਜਵਾਨੀ ਗਾਲ ਲਈ ਪਾਉ। ਵਾਹ ਭਾਊ, ਤੂੰ ਤਾਂ ਲੋਹਾ ਗਰਮ ਕਰਤਾ। ਲੈ ਬਈ ਜੱਗਿਆ, ਮਾਰ ਦੇ ਸੱਟ। ਇਹਦਾ ਹੱਲ ਮੈਂ ਕਰਦਾ ਲਾਲੀ, ਮੈਂ ਕਰਦਾ ਇਹਦਾ ਹੱਲ। ਨਾ ਰਹੂਗਾ ਬਾਂਸ ਤੇ ਨਾ ਵੱਜੂਗੀ ਬੰਸਰੀ। ਪਰ ਆਪਾਂ ਕਰ ਕੀ ਸਕਦੇ ਹਾਂ ਬਾਈ? ਕਤਲ 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 ਕਤਲ। ਲਾਲੀ, ਜੇ ਜ਼ਮੀਨ ਚਲੇਗੀ ਤਾਂ ਆਪਾਂ ਮਾਰੇ ਜਾਵਾਂਗੇ। ਜੇ ਜ਼ਮੀਨ ਬਚਾਉਣੀ ਆ ਨਾ ਤਾਂ ਸੱਤੇ ਨੂੰ ਖਤਮ ਕਰਨਾ ਪੈਣਾ। ਪਰ ਭਾਈ ਕਤਲ ਵੱਧ ਤੋਂ ਵੱਧ ਜੇਲ ਹੀ ਹੋ ਜੂ ਨਾ, ਪਰ ਜ਼ਮੀਨ ਤਾਂ ਬਾਜੋਗੀ ਨਾ। ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ। ਸੰਭਲ ਕੇ ਹਰ ਕਦਮ ਰੱਖਣਾ, ਸੰਭਲ
ਲਾਲੀ ਉਹ ਕਿਸੇ ਨੂੰ ਬੁਲਾ ਕੇ ਲੈ ਕੇ ਲਾਲੀ ਭੱਜ ਕੇ ਜਾ ਓਏ ਬਾਹਰੋਂ ਲੈ ਕੇ ਆ ਕਿਸੇ ਨੂੰ ਲਾਲੀ ਇਹ ਕੀ ਕਰ ਲਿਆ ਓਏ ਹੋਇਆ ਕੀ ਹੋ ਗਿਆ ਬਾਪੂ ਆ ਕੀ ਕਰ ਲਿਆ ਜ਼ਾਲਮੋ ਕੀ ਪੌੜਾ ਵਰਤ ਗਿਆ ਪੰਜਾਬ ਸਿਆ ਜਦੋਂ ਆਪਣੇ ਜਾਏ ਤੇਰੇ ਚ ਗਵਾਚ ਜਾਣ ਤਾਂ ਉਹਨਾਂ ਨੂੰ ਲੱਭਦਿਆਂ ਇੱਕ ਦੋ ਠੋਕਰਾਂ ਤਾਂ ਲੱਗ ਹੀ ਜਾਂਦੀਆਂ ਚਾਨਣ ਸਿਆ ਮੇਰੀ ਤਾਂ ਬਸ ਇੰਨੀ ਲਿਖੀ ਸੀ। ਤੂੰ ਫਿਕਰ ਨਾ ਕਰ ਪੰਜਾਬ ਸਿਆ ਅਸੀਂ ਕੁਛ ਨਹੀਂ ਹੋਣ ਦਿੰਦੇ ਤੈਨੂੰ ਉਹ ਚੱਕੋ ਮੁੰਡਿਓ ਉਹ ਲੈ ਕੇ ਚਲੇ ਗਏ ਹਸਪਤਾਲ ਤੁਹਾਡੇ ਬਾਪੂ ਨੂੰ ਮੈਂ ਕਰਦਾ ਹਸਪਤਾਲ ਫੋਨ ਮੈਂ ਕਰਦਾ ਹਸਪਤਾਲ ਫੋਨ ਪੰਜਾਬ ਸਿੰਘ ਨਵਕਿਰਨ ਉਹ ਚੱਕੋ ਯਾਰ ਚੱਕੋ ਆਦੇ ਬਾਪੂ ਨੂੰ ਮੈਂ ਆ ਰਿਹਾ ਨਵਕਿਰਨ ਲੈ ਫੜ ਲੈ ਚਾਚਾ ਬਾਹਰ ਤੱਕ ਕਾਲੀ ਬੋਲੀ ਰਾਤ ਆ ਓਏ ਤੁਹਾਡੇ ਘਰੇ ਹੀ ਰਾਤ ਆ ਕਮਲਿਓ ਓਏ ਬਾਹਰ ਨਿਕਲ ਕੇ ਤਾਂ ਦੇਖੋ ਚਾਨਣ ਹੋਇਆ ਪਿਆ ਕਤਲ ਤਾਂ ਸੂਰਜ ਹੋਣਾ ਨਹੀਂ ਵਕਤ ਨੇ ਕਦੇ ਖਲੋਣਾ ਨਹੀਂ ਚਿੰਗਾਰੀ ਬੁਝ ਨਾ ਪਾਏਗੀ ਜੰਗਲ ਨੂੰ ਰਾਖ ਬਣਾਏਗੀ ਲੋਕਾਂ ਨੂੰ ਜੋ ਦਬਾਏਗਾ ਕਦੇ ਨਾ ਬਚ ਕੇ ਜਾਏਗਾ ਸੂਰਜਾਂ ਨਾਲ ਕਰਨੀ ਹੈ ਅਜੇ ਜੋ ਬਾਤ ਬਾਕੀ ਹੈ ਚੱਲਾਂ ਵਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਬਾਤ ਬਾਕੀ ਹੈ संभल के हर कदम रखना जदों तक बात बाकी है मसाला बाल के चलना जदों तक रात बाकी है संभल के
ਗੁਰੂਆਂ ਪੀਰਾਂ ਸ਼ਹੀਦਾਂ ਬੁੱਧੀਜੀਵੀਆਂ ਤੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਅੱਜ ਨਸ਼ਿਆਂ ਤੇ ਭਰੂਣ ਹੱਤਿਆ ਵਰਗੇ ਹੜ੍ਹ ਵਿੱਚ ਰੁੜਦੀ ਜਾ ਰਹੀ ਹੈ। ਪੰਜਾਬ ਦੀ ਜਵਾਨੀ ਇਸ ਚੱਕਰਵਿਊਹ ਵਿੱਚ ਫਸ ਗਈ ਹੈ। ਪੰਜਾਬ ਆਪਣੇ ਹੀ ਪੁੱਤਰਾਂ ਦੇ ਹੱਥੋਂ ਜ਼ਖਮੀ ਹੋ ਗਿਆ ਹੈ। ਇਸੇ ਸੰਤਾਪ ਨੂੰ ਮਹਿਸੂਸ ਕਰਦਿਆਂ ਅਸੀਂ ਮਹਿਜ਼ ਇੱਕ ਫਿਲਮ ਨਹੀਂ ਸਗੋਂ ਇੱਕ ਸੁਨੇਹਾ ਤੁਹਾਡੇ ਤੱਕ ਲੈ ਕੇ ਆਏ ਹਾਂ ਕਿ ਆਓ ਸਾਰੇ ਮਿਲ ਕੇ ਕਾਫਲਾ ਬਣਾਈਏ, ਮਸ਼ਾਲਾਂ ਜਗਾਈਏ, ਨਸ਼ਿਆਂ ਤੇ ਭਰੂਣ ਹੱਤਿਆ ਵਰਗੀਆਂ ਬਿਮਾਰੀਆਂ ਨੂੰ ਜੜੋਂ ਪੁੱਟ ਵਗਾ ਮਾਰੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇੱਕ ਸਾਫ਼ ਤੇ ਸੁਥਰੀ ਹਵਾ ਵਿੱਚ ਸਾਹ ਲੈ ਸਕਣ।